धरा के भारी उतारन हे दल पंजन गुरसूरमा दल पंजन दल सतगुरु दी साजी नवाजी साध संगत अपनी मन बिरती इकागर करने वास्ते रसना पवित्र करने वास्ते गज के आखो धन सतगुरु प्रताप सिंह गुरमुखो छोटी जी अर्ज करके अगे चलना हाँ कई ਸਿੰਘਾਂ ਦਾ ਵਿਚਾਰ ਇਹ ਹੁੰਦਾ कि जब अरदास हो चुकी होवे ਤੇ ਸਤਿਗੁਰਾਂ ਦਾ ਨਾਮ ਕਹਾਇਆ ਜਾਵੇ ਤੇ ਸ਼ਾਇਦ ਵਿੱਚ ਬੋਲਿਓ ਹਰੀ ਸਿੰਘ ਜੀ ਦੇ ਹਜ਼ੂਰ ਅਰਜ ਹੋਈ ਇੱਕ ਵਾਰ ਅਖੰਡ ਪਾਠ ਹੋ ਰਿਹਾ ਸੀ ਪਾਠੀ ਰੌਲ ਲਾ ਰਿਹਾ ਸੀ ਤੇ ਉਸ ਨੇ ਵਿੱਚ ਆਖਿਆ ਧੰਨ ਸਤਿਗੁਰੂ ਰਾਮ ਸਿੰਘ ਤੇ ਅਣਜਾਣ ਪਹਿਰੂ ਨੇ ਜਾ ਕੇ ਸਤਿਗੁਰਾਂ ਪਰ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਪਾਠੀ ਨੇ ਪਾਠ ਖੰਡਿਤ ਕਰ ਦਿੱਤਾ ਤੇ ਬੋਲ ਪਿਆ ਹੈ ਵਿੱਚ ਸੱਦਿਆ ਪਾਠੀ ਨੂੰ ਪੁੱਛਿਆ ਕਿ ਕੀ ਕਿਹਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਧੰਨ ਸਤਿਗੁਰੂ ਰਾਮ ਸਿੰਘ ਕਿਹਾ ਸੀ ਸਤਿਗੁਰ ਕਹਿੰਦੇ ਕੱਲੀ ਕੱਲੀ ਪੰਕਤੀ ਦੇ ਨਾਲ ਧੰਨ ਸਤਿਗੁਰੂ ਰਾਮ ਸਿੰਘ ਕਿਹਾ ਕਰ ਸਤਿਗੁਰੂ ਰਾਮ ਸਿੰਘ ਵੱਡਾ ਭਜਨ ਹੈ ਸਤਿਗੁਰੂ ਪ੍ਰਤਾਪ ਸਿੰਘ ਕਿਸ ਕਰਕੇ ਕਿ ਸਰਗੁਣ ਸਰੂਪ ਦਾ ਨਾਮ ਹੈ ਜਿਹੜਾ ਚਾਰ ਅੱਖਰ ਜਪਦੇ ਆ ਇਹ ਨਿਰਗੁਣ ਬ੍ਰਹਮ ਦਾ ਰੂਪ ਹੈ ਜਿਸ ਦਾ ਰੂਪ ਨਹੀਂ ਰੇਖ ਨਹੀਂ ਰੂਪ ਨਾ ਰੇਖ ਨਾ ਰੰਗ ਕੁਸ਼ਤਰੇ ਗੁਣ ਤੇ ਪ੍ਰਭਿੰਨ ਤਿਸੈ 부ਝਾਏ ਨਾਨਕਾ ਜਿਸ ਹੋਵੇ ਸੁਪਰਸੰਨ ਜਦੋਂ ਸਿਮਰਨ ਕਰਦਾ ਜਗਿਆਸੂ ਤੇ ਫੇਰ ਦਰਸ਼ਨ ਦੀ ਕਰਦਾ ਹੈ ਇੱਛਾ ਇਸ ਨੂੰ ਜਦ ਵੀ ਦਰਸ਼ਨ ਹੁੰਦਾ ਇਹਦੀ ਬੰਦਗੀ ਪ੍ਰਵਾਨ ਹੋ ਕੇ ਤੇ ਇਸ ਨੂੰ ਸਰਗੁਣ ਸਰੂਪ ਦਾ ਦਰਸ਼ਨ ਹੁੰਦਾ ਚਾਹੇ ਕਿਸੇ ਰੂਪ 'ਚ ਹੋਵੇ ਉਹਦਾ ਰੂਪ ਹੀ ਕੁਛ ਨਹੀਂ ਉਹ ਪ੍ਰਕਾਸ਼ਮਾਨ ਹੈ ਸੋ ਸਤਿਗੁਰੂ ਜੀ ਦਾ ਨਾਮ ਜਿੱਥੇ ਆਵੇ ਉਹ ਗੱਜ ਕੇ ਆਖ ਦੇਣਾ ਚਾਹੀਦਾ ਫੇਰ ਜਿਸ ਤਰ੍ਹਾਂ ਸਿੰਘ ਕੜਾ ਪ੍ਰਸਾਦ ਲੈ ਕੇ ਆਉਂਦੇ ਹਨ ਉਹ ਜਕਾਰਾ ਬਣਾਉਂਦੇ ਹਨ ਤੇ ਉਸ ਤੇ ਅੱਗੇ ਆਉਂਦਾ ਸਤਿ ਸ੍ਰੀ ਅਕਾਲ ਸਤਿਗੁਰੂ ਅਕਾਲ ਪੁਰਖ ਦਾ ਨਾਮ ਹੈ ਉਸ ਦੇ ਬੋਲਣ ਦੇ ਨਾਲ ਵਰਨੀ ਖੰਡਨ ਨਹੀਂ ਹੁੰਦੀ ਅਰਦਾਸ ਖਰਾਬ ਨਹੀਂ ਹੁੰਦੀ ਜਿਸ ਤਰ੍ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਕਈ ਵਾਰ ਮੌਕਾ ਮਿਲਿਆ ਉਹ ਫਿਰ ਸੰਕੇਤ ਦੇ ਨਾਲ ਗੁਰਬਾਣੀ ਦੀ ਤੁਕ ਦੇ ਵਿੱਚੋਂ ਬਚਨ ਕਰ ਦਿੰਦੇ ਹਨ ਸਮਝਣ ਵਾਲੇ ਸਮਝ ਲੈਂਦੇ ਹਨ ਤਾਂ ਆਸਾ ਦੀ ਵਾਰ ਦੇ ਵਿੱਚ ਸ਼ਬਦ ਪੜ੍ਹਨਾ ਸੀ ਚੰਚਲ ਤਾਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਵਾਰ ਗਨੀਮਨ ਗਾਰੇ ਦੀਨਾਂ ਦੀ ਰੱਖਿਆ ਕਰਨ ਦੇ ਵਾਸਤੇ ਸਤਿਗੁਰੂ ਅਵਤਾਰ ਧਾਰਦੇ ਹਨ ਪੰਚਮ ਪਾਤਸ਼ਾਹ ਤੱਕ ਸ਼ਾਂਤ ਸਰੂਪ ਰਹਿ ਕੇ ਕਿ ਤਸ਼ੱਦਦ ਨੂੰ ਸਹਾਰ ਕੇ ਜ਼ੁਲਮ ਆਪਣੇ ਉੱਪਰ ਸਹਾਰ ਕੇ ਸਿੱਖਿਆ ਦਿੱਤੀ ਜਿਸ ਤਰ੍ਹਾਂ ਗੁਰਬਾਣੀ ਦਾ ਸਿਧਾਂਤ ਹੈ ਕਿ ਫਰੀਦ ਦੀ ਬਾਣੀ ਚਾਹੁੰਦਾ ਕਿ ਇਹਨਾਂ ਆਪਣੇ ਆਪ ਨੂੰ ਨਿਰਮਾਣ ਕਰ ਲੈ ਕਿ ਦੱਬ ਵਰਗਾ ਬਣ ਜਾ ਜਿਹੜੀਆਂ ਸਫਾਂ ਬਣਦੀਆਂ ਕੋਈ ਲਤਾੜ ਜਾਏ ਕੋਈ ਤੋੜ ਜਾਏ ਫਰੀਦਾ ਥਿਓ ਪਵਾਈ ਦੱਬ ਜੇ ਸਾਈਂ ਲੋੜੇ ਸਭ ਇੱਕ ਛਿਜੈ ਬਿਆ ਲਤਾੜੀਏ ਤਾਂ ਸਾਈਂ ਦੇ ਦਰਵਾੜੀਏ ਇਸ ਤਰ੍ਹਾਂ ਦਾ ਹੋ ਜਾ
सो पंचम पातशाह तक ये कौंतक वरत्या। गुरु नानक देव जी नूं इट्टां मारियां, कुराइया कहा, उन्हां दे गल दा कुड़ता लाउण वास्ते एबेसीनिया दे बादशाह ने बड़ा यतन किया। जिहड़ा चोगा सतगुरां दा डेरा बाबा नानक पिया है, उहदे उत्ते कहिंदे कई भाषावां लिखी हुईयां। मेतों दर्शन करन दा नहीं मौका मिलिया, ਉਹ ਦੱਸਦੇ ਹਨ। ਉਹ ਚੋਗਾ ਲਾਉਂਦਾ ਸੀ, ਸਤਿਗੁਰਾਂ ਨੂੰ ਪੱਥਰਾਂ ਦੇ ਵਿੱਚ ਦੱਬ ਚੁੱਕਾ ਕਈ ਵਾਰ। ਸਵੇਰੇ ਜਾ ਕੇ ਦੇਖਿਆ ਕਰੇ, ਫੇਰ ਉੱਥੇ ਬੈਠੇ ਹੋਇਆ ਕਰਨ। ਰੋਹੇਲੇ ਪਠਾਨ ਨੇ 7 ਵਾਰ ਵੇਚਿਆ ਗੁਰੂ ਨਾਨਕ ਦੇਵ ਜੀ ਨੂੰ। ਬਾਲਕ ਸਰੂਪ ਜਾ ਕੇ ਬਣ ਕੇ ਬੈਠਦੇ ਹਨ ਤੇ ਉਹ ਵਰਦੇ ਫਰੋਸ਼ ਹੈ, ਉਹ ਜਾ ਕੇ ਵੇਚ ਆਉਂਦਾ। ਜਿੱਥੇ ਮਹਾਰਾਜ ਨੇ ਇਹ शब्द उच्चारण किया, मारू राग के मुल खरीदी लाला गोला मेरा नाम सुभागा, उथे विके हन। ते गुरु पंचम पातशाह जी ने तो हद ही कर दी जुल्म सहन दी कि तत्तियां रेतां पा दित्तियां, लोहां ते बिठा दिता, देगां च बिठा दिता, उफ नहीं कीता। हुण वारी आ गई है हुण दूसरे अखर दे मालक दी। हुण वारी आई हाहे अखर दे मालक दी। और ਉਹਦੇ ਵਾਸਤੇ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ, ਕਹਿੰਦੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਦਲਾਂ ਨੂੰ ਭੰਨ ਦੇਣ ਵਾਲਾ ਮੀਰੀ ਪੀਰੀ ਦਾ ਮਾਲਕ ਪ੍ਰਗਟ ਹੋਇਆ ਹੈ। ਉਹਨਾਂ ਦੇ ਵਾਸਤੇ ਮੈਂ ਹੁਣ ਅੱਜ ਅਰਜ਼ੀ ਕਰਨੀ ਸ਼ੁਰੂ ਕਰਨੀ ਆ। ਮੈਂ ਤਾਂ ਅੱਜ ਸ਼ੁਰੂ ਕਰ ਲਿਆ ਕਿ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਪ੍ਰਕਰਨ ਲੰਬਾ ਹੋ ਜਾਏ। ਸੋ ਜਿਸ ਵੇਲੇ ਪ੍ਰਿਥੀ ਚੰਦ ਦੀ घर वाली बीबी करमो मेहने ताने मारदी है कि ये औंतरे हन, बे औलाद हन, ते साहिबा ने भेजा है बाबा बुढ़ा जी के पास। ते जिस तरह साधां दी सेवा तो फल मिलता है, उन्हां दा सराप भी आप झल लैंदा है। बाणी च लिखिया कि मेरी बांधी भगत छुड़ावे, बांधे भगत न छूटे मोहे, एक समय मोह को गए बांधे तौफन मोह पे जवाब न होए। वर लैन जाते हैं माता गंगा जी, सराप लै आउंदे हन, गुरु कियां दे उत्ते सराप वारद हो जांदा। असीं कह दिंदे आ, कहने लो जी जे सतगुर नाराज हो जाणगे तां फे की बिगड़ जाऊगा, चलो आ काम करके फे बख्शा लांगे। ये देखो एक साध दी नाराजगी ओ गुरु कियां तो नहीं झली जा सकदी, गुरु कियां दे उत्ते वारद हो जांदी आ। बचन हो गया संत दा कि गुरु कियां नूं भाजड़ कैसी पै गई, ते भाजड़ पै गई जाके वडाली डेरा लाउणा पिया सी। फिर दोबारा सेवक भाव ना गए ते फिर वर लैके आए ते वर दिता बाबा बुढ़ा जी ने कि ऐसा बली पैदा होएगा मीरी पीरी का मालक कि जिस तरह मैं गठिया भन के दी मिज कढ़ दी, इस तरह वैरियां दुश्मनों के सिर भन के उन्हों की मिज कढ़ेगा। हुण पंचम पातशाह जी ने सीस अपना अर्पण कर दिता ते गुरु पातशाह जिस वेले बाबे बुढ़े दे वर दे नाल प्रगट हुंदे हन ते गुरु जी नूं जिस वेले पता लगा गुरु अर्जन देव जी नूं ते उस खुशी दे विच शब्द उच्चारण कीता। सतगुर साचे दिया भेद, किल जीवन उपजा संजोग। सतगुर साचे दिया भेद, किल जीवन उपजा संजोग।
ਸਾਚੇ ਦੀਆ ਭੇਦ, ਸਤਿਗੁਰ ਸਾਚੇ ਦੀਆ ਭੇਦ, ਜਿਨ ਜੀਵਨ ਉਪਜਿਆ ਸੰਜੋਗ, ਜਿਨ ਜੀਵਨ ਉਪਜਿਆ ਸਤਿਗੁਰ ਸਾਚੇ ਦੀਆ ਭੇਦ, ਜਿਨ ਜੀਵਨ ਉਪਜਿਆ ਸੰਜੋਗ, उदरे माया किया निवास, माता के मन मोद विकास, जमिया पूत भगत गोबिंद का, प्रगटिया सब में लिखिया तुरका, दसी मासी हुक्म बालक जन्म लिया, मिटिया सोग महा आनंद किया, गुरबाणी सखी आनंद गावे, गुरबाणी सखी आनंद गावे, सत साहिब के मन पावे, सत साहिब के मन पावे, सतगुर साचे दिया भेद, फिर जीवन उपजया संजोग, फिर जीवन उपजया गुरबाणी सखी आनंद गावे, साचे साहिब के मन भावे, भदी बेल को पीड़ी जाली, चली पीड़ी सोडियां ते रूप दिखावन बारो वारी, वादी बेल को पीड़ी जाली, धर्म कला हर बंद बहाली, धर्म कला हर बंद बहाली, सतगुर साचे दिया भेद, फिर जीवन उपजया संजोग, फिर जीवन उपजया संजोग, बदी वेल वो पीड़ी जाली, धर्म कला हर मंद बहाली, मन चिंदिया सतगुरु दवाया, मन चिंदिया सतगुरु दवाया, है चिंत एक लिव लाया, जो पिता जो बारक पिता ऊपर करे बहुमान,
ਸੋ ਗੁਰਮੁਖੋ, ਗੁਰੂ ਪਾਤਸ਼ਾਹ ਪ੍ਰਗਟ ਹੋਏ ਹਨ ਮੀਰੀ ਪੀਰੀ ਦੇ ਮਾਲਕ, ਤੇ ਗੁਰੂ ਅਰਜਨ ਪਾਤਸ਼ਾਹ ਨੂੰ ਜਿਸ ਵੇਲੇ ਜਾ ਕੇ ਸਰੋਤ ਦਿੱਤੀ, ਵਡਾਲੀ ਨਗਰ ਹੈ, ਛਿਅਰਟਾ ਜਿਸ ਨੂੰ ਕਹਿੰਦੇ ਹਨ, ਉੱਥੇ ਜਾ ਕੇ ਸਤਿਗੁਰਾਂ ਨੇ ਡੇਰੇ ਲਾਏ ਹਨ। ਕਿਉਂ ਕਿ ਬਾਬੇ ਬੁੱਢੇ ਦਾ ਬਚਨ ਵੀ ਪੂਰਾ ਕਰਨਾ ਸੀ। ਜਿਸ ਵੇਲੇ ਪਿਰਥੀਆ ਚੜਾ ਕੇ ਲੈ ਆਇਆ ਮੁਗਲਾਂ ਨੂੰ, ਤੇ ਫਿਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਨੂੰ ਛੱਡ ਕੇ ਤੇ 6 ਮੀਲ ਲਹਿੰਦੇ ਪਾਸੇ ਜਾ ਕੇ ਵਡਾਲੀ ਡੇਰਾ ਲਾ ਲਿਆ, ਤੇ ਉੱਥੇ ਫਿਰ ਮਨ ਆਇਆ ਜੋ ਕੁਛ ਉਹਨਾਂ ਨੇ ਲੁੱਟ ਮਾਰ ਮਚਾਈ, ਤੇ ਸਾਹਿਬਾਂ ਉੱਥੇ ਹੀ ਫਿਰ ਅਵਤਾਰ ਧਾਰਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵਡਾਲੀ ਨਗਰ। ਤੇ ਲੱਗੇ ਮੰਗਲਾਚਾਰ ਹੋਣ, ਗੁਰੂ ਪਾਤਸ਼ਾਹ ਨੇ ਜਿਸ ਤਰ੍ਹਾਂ ਸ਼ਬਦ ਚ ਫਰਮਾਇਆ ਕਿ ਗੁੱਜੀ ਛੀਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਸਤਿਗੁਰੂ ਤੁਠਾ ਹੈ, ਸਤਿਗੁਰੂ ਮਿਹਰਬਾਨ ਹੋਇਆ ਹੈ। ਉਹ ਤੇ ਜਾਣੀ ਜਾਣ ਸਨ, ਸਮਾਂ ਜਦੋਂ ਆਉਣਾ ਸੀ ਉਸ ਵੇਲੇ ਹੀ ਪ੍ਰਗਟ ਹੋਣਾ ਸੀ। ਜਿਸ ਤਰ੍ਹਾਂ ਦਸ਼ਰਥ ਦੇ ਘਰ ਪੁੱਤਰ ਨਹੀਂ ਪੈਦਾ ਹੁੰਦਾ, ਜਦ ਦਸ਼ਰਥ ਬੇਔਲਾਦ ਹੈ, ਸਾਧਾਂ ਨੂੰ ਸੰਤਾਂ ਨੂੰ ਰਿਸ਼ੀਆਂ ਮੁਨੀਆਂ ਨੂੰ ਸੱਦ ਕੇ ਬੜਾ ਕੁਛ ਕਰਦਾ ਹੈ, ਮਗਰ ਫਿਰ ਸ੍ਰੇਸ਼ਟ ਪੁਰਸ਼ ਜਿਹੜੇ ਵਸਿਸ਼ਟ ਵਰਗੇ ਸੀ ਉਹਨਾਂ ਨੇ ਪੁੱਤਰੇਸ਼ ਦੀ ਯੱਗ ਕੀਤਾ, ਤੇ ਨਾਲੇ ਉਹ ਸਮਾਂ ਆ ਗਿਆ ਤੇ ਫਿਰ ਸ੍ਰੀ ਰਾਮਚੰਦਰ ਜੀ ਪ੍ਰਗਟ ਹੋਏ, ਤੇ ਫਿਰ ਉਹਨਾਂ ਨੇ ਦੁਖੀਆਂ ਦਾ ਨਾਸ਼ ਕੀਤਾ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਪ੍ਰਗਟ ਹੋਏ ਹਨ, ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਵਧੀ ਵੇਲ ਬਹੁ ਪੀੜੀ ਚਾਲੀ, ਪੀੜੀ ਚੱਲ ਪਈ ਹੈ, ਚੱਲੀ ਪੀੜੀ ਸੋਢੀਆਂ, ਤੇ ਰੂਪ ਦਿਖਾਵਣ ਵਾਰੋ ਵਾਰੀ। ਕਿਉਂ ਕਿ ਬੀਬੀ ਭਾਨੀ ਨੇ ਮੰਗ ਕੀਤੀ ਸੀ, ਹੁਣ ਗੁਰੂ ਰਾਮਦਾਸ ਜੀ ਤੋਂ ਲੈ ਕੇ 7 ਪਾਤਸ਼ਾਹੀਆਂ ਸੋਢੀਆਂ ਦੇ ਵਿੱਚ ਹੋਈਆਂ ਹਨ, ਇਸ ਕਰਕੇ ਰੂਪ ਦਿਖਾਵਣ ਬਾਰੋ ਵਾਰੀ ਰੂਪ ਦਿਖਾਲਦੇ ਹਨ। ਇਸ ਤਰ੍ਹਾਂ ਮਾਲੂਮ ਹੁੰਦਾ ਹੈ ਜਿਸ ਤਰ੍ਹਾਂ ਕਿ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਗੁਰੂ ਅਰਜਨ ਦੇਵ ਜੀ ਨੇ ਕਾਇਆ ਪਲਟ ਕੇ ਗੁਰੂ ਹਰਗੋਬਿੰਦ ਦੀ ਮੂਰਤ ਧਾਰ ਕੇ ਬੈਠੇ ਹਨ। ਬਾਲ ਅਵਸਥਾ ਹੈ ਤੇ ਖੇਡਾਂ ਕਰਦੇ ਹਨ, ਤੇ ਇਧਰ ਪ੍ਰਿਥੀ ਚੰਦ ਆਪਣੀਆਂ ਜਿੰਨੀਆਂ ਵੀ ਉਹ ਤੋਂ ਕਰਤੂਤਾਂ ਹੁੰਦੀਆਂ ਓਨੀਆਂ ਕੁਛ ਕਰਦਾ ਹੈ। ਕਦੇ ਪਾਤਸ਼ਾਹ ਦੇ ਕੋਲ ਸਰਪ ਜਿਹੜਾ ਜ਼ਹਿਰੀਲਾ ਉਹ ਛੱਡ ਦਿੰਦਾ ਸਪੇਰੇ ਪਾਸੋਂ ਕਿ ਇਹਨਾਂ ਨੂੰ ਡੰਗ ਮਾਰ ਦੇਵੇ ਤੇ ਇਹ ਮਰ ਜਾਣ, ਤੇ ਕਦੇ ਦਹੀਂ ਦੇ ਵਿੱਚ ਪਾ ਕੇ ਉਹਨਾਂ ਦੇ ਟਹਿਲੂਏ ਪਾਸੋਂ ਜ਼ਹਿਰ ਖਿਲਾਉਣ ਦੀ ਕੋਸ਼ਿਸ਼ ਕਰਦਾ ਹੈ, ਬੜਾ ਕੁਛ ਕਰਦਾ ਹੈ, ਮਗਰ ਉਹ ਨਾਕਾਮਯਾਬ ਰਹਿੰਦਾ ਹੈ। ਔਰ ਮੱਥੇ ਤੇ ਕਲੰਕ ਹੀ ਲਾਉਂਦਾ। ਤਦ ਨੂੰ ਉਹ ਸਮਾਂ ਆ ਜਾਂਦਾ ਕਿ ਗੁਰੂ ਅਰਜਨ ਪਾਤਸ਼ਾਹ ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਖੁਸਰੋ ਨੂੰ ਗੁਰੂ ਪਾਤਸ਼ਾਹ ਜੀ ਨੇ ਸਰਨ ਦਿੱਤੀ, ਉਸ ਨੂੰ ਥੋੜਾ ਬਹੁਤ ਸਹਾਰਾ ਦਿੱਤਾ, ਮਾਇਆ ਵੀ ਦਿੱਤੀ, ਉਸ ਦੀ ਸਹਾਇਤਾ ਕੀਤੀ, ਤੇ ਇਸ ਗੱਲ ਦਾ ਗੁੱਸਾ ਸੀ ਵਿੱਚੋਂ ਤੇ ਜਹਾਂਗੀਰ ਨੂੰ, ਤੇ ਬਾਕੀ ਹੋਰ ਬਹਾਨੇ ਬਣਾ ਕੇ ਤੋਂ ਗੁਰੂ ਪਾਤਸ਼ਾਹ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ। ਉਹਨੇ ਆਪਣੀ ਕਰਤੂਤ ਜਿਹੜੀ ਸੀ ਉਹ ਕੀਤੀ। ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਸਿਰ ਠੀਕਰਾ ਭੰਨ ਕੇ ਔਰ ਆਪਣਾ ਸੀਸ ਜਿਹੜਾ ਬਲੀਦਾਨ ਕਰਕੇ ਉਹ ਪਿਆਨਾ ਕਰ ਗਏ। ਤੇ ਜਦੋਂ ਜਾਣ ਲੱਗੇ ਸਨ ਲਾਹੌਰ ਨੂੰ, ਤੇ ਉਸ ਵੇਲੇ ਹੀ ਸੰਕੇਤ ਕਰ ਗਏ ਸਨ ਔਰ ਗੁਰਿਆਈ ਉਸੇ ਵੇਲੇ ਅਰਪਣ ਕਰ ਗਏ ਸਨ। ਉਦੋਂ ਸਾਹਿਬਾਂ ਦੀ ਉਮਰ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਉਮਰ 12 ਸਾਲ ਦੀ ਹੈ, ਬਿਲਕੁਲ ਛੋਟੀ ਬਾਲ ਅਵਸਥਾ ਦੇ ਵਿੱਚ ਹਨ। ਉਹਨਾਂ ਨੂੰ ਗੁਰਿਆਈ ਦਾ ਭਾਰ ਸੰਭਾਲ ਕੇ ਤੇ ਨਾਲ ਸਿੰਘਾਂ ਨੂੰ ਜਿਹੜੇ ਵਿਧੀ ਚੰਦ ਵਰਗੇ ਜਾਂ ਬਾਬੇ ਬੁੱਢੇ ਵਰਗੇ ਸੀ, ਉਹਨਾਂ ਨੂੰ ਇਸ ਚੀਜ਼ ਦੀ ਦੇਖਭਾਲ ਦੇ ਵਾਸਤੇ ਛੱਡ ਕੇ ਤੇ ਆਪ ਸਾਹਿਬ ਲਾਹੌਰ ਚਲੇ ਗਏ। ਜਦੋਂ ਲਾਹੌਰ ਜੋਤੀ ਜੋਤ ਸਮਾ ਗਏ, ਉਹਨਾਂ ਤੋਂ ਬਾਅਦ ਫਿਰ ਜਿਸ ਤਰ੍ਹਾਂ ਰਸਮ ਹੁੰਦੀ ਹੈ ਰਾਜ ਤਿਲਕ ਦੀ, ਜਿਨ੍ਹਾਂ ਸਿੰਘਾਂ ਨੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਦੇਖੀ ਹੋਏਗੀ ਦਸਤਾਰਬੰਦੀ, ਏਡਾ ਮੇਲਾ ਸਿੱਖ ਜਗਤ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਜਿੱਡਾ ਮੇਲਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਭੋਗਾਂ ਸਮੇਂ
ਤੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਦਸਤਾਰਬੰਦੀ ਦੇ ਸਮੇਂ, ਗੱਦੀ ਦੇ ਸਮੇਂ ਜੋ ਮੇਲਾ ਹੋਇਆ, 2.5 ਲੱਖ ਦੇ ਕਰੀਬ ਸਾਧ ਸੰਗਤ ਸੀ। 30 ਲੋਹਾਂ ਤਪਦੀਆਂ ਸਨ ਪ੍ਰਸਾਦੇ ਪਕਾਉਣ ਵਾਸਤੇ, ਤੇ ਪਤਾ ਨਹੀਂ ਕਿੰਨਾ ਅੰਨ ਪੱਕਦਾ ਸੀ। ਇਹ ਚੀਜ਼ ਜਿਹੜੀ ਇਸ ਤਰ੍ਹਾਂ ਦਾ ਫਿਰ ਜਸ਼ਨ ਇਕੱਠ-ਮੱਠ ਕਰਕੇ ਮੇਲਾ, ਤੇ ਲੱਗੇ ਸਤਿਗੁਰਾਂ ਨੂੰ ਰਾਜ ਤਿਲਕ ਦੇਣ। ਤੇ ਜੋ ਪਹਿਲੇ ਰਿਵਾਜ ਸੀ ਸੇਲੀ ਤੇ ਟੋਪੀ, ਸੇਲੀ ਇੱਕ ਨੇਜਾ ਹੁੰਦਾ ਛੋਟਾ ਜਿਹਾ, ਸੇਲਾ ਹੁੰਦਾ ਵੱਡਾ, ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨੇ ਰੱਖਣ ਦਾ ਹੁਕਮ ਦਿੱਤਾ ਸੀ ਨਾਮਧਾਰੀ ਸਿੰਘਾਂ ਨੂੰ। ਉਹਦੇ ਵਿੱਚ ਕਈ ਭੇਦ ਸਨ। ਸ਼ਸਤਰ ਦਾ ਸ਼ਸਤਰ ਸੀ ਔਰ ਕਿਰਿਆ ਦੀ ਕਿਰਿਆ ਸੀ। ਨਾਨਕ ਦੇਵ ਜੀ ਤੋਂ ਇਸ ਤਰ੍ਹਾਂ ਚੱਲਿਆ ਆਉਂਦਾ ਸੀ ਕਿ ਜਿਹੜੀ ਪਾਤਸ਼ਾਹੀ ਗੱਦੀ ਤੇ ਬੈਠਦੀ ਉਹਨੂੰ ਸੇਲੀ ਟੋਪੀ ਭੇਟ ਕੀਤੀ ਜਾਂਦੀ। ਤੇ ਜਿਸ ਵੇਲੇ ਸਾਹਿਬਾਂ ਵਾਸਤੇ ਵੀ ਸੇਲੀ ਟੋਪੀ ਲਿਆਂਦੀ ਗਈ, ਤੇ ਹੁਣ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਵੋ ਪਰਉਪਕਾਰੀ, ਤੇ ਛੋਟੀ ਅਵਸਥਾ ਦੇ ਵਿੱਚ ਹੀ ਫਰਮਾਨ ਕਰਦੇ ਹਨ, ਕਹਿੰਦੇ ਇਹਨੂੰ ਤੋਸ਼ੇਖਾਨੇ ਲਿਜਾ ਕੇ ਸੰਭਾਲ ਕੇ ਰੱਖ ਦਿਓ। ਇਹ ਨਹੀਂ ਹੁਣ ਇਹਦਾ ਕੰਮ ਨਹੀਂ, ਮੇਰੇ ਕੰਮ ਦੀ ਨਹੀਂ, ਇਹਨੂੰ ਤੋਸ਼ੇਖਾਨੇ ਸੰਭਾਲ ਕੇ ਰੱਖ ਦਿਓ, ਤੇ ਮੇਰੇ ਵਾਸਤੇ ਦਸਤਾਰ ਲਿਆਓ ਔਰ ਤਲਵਾਰ ਲਿਆਓ, ਤਲਵਾਰਾਂ ਲਿਆਓ ਮੇਰੇ ਵਾਸਤੇ। ਤੇ ਉਹ ਕਈ ਇਤਿਹਾਸਕਾਰ ਇਉਂ ਲਿਖਦੇ ਕਿ ਬਾਬੇ ਬੁੱਢੇ ਜੀ ਨੇ ਪਹਿਲੇ ਭੁਲੇਖੇ ਨਾਲ ਦੂਸਰੇ ਪਾਸੇ ਪਾ ਦਿੱਤੀ ਸੀ ਤਲਵਾਰ, ਤੇ ਤਾਂ ਦੂਸਰੀ ਪਾਉਣੀ ਪਈ ਸੀ। ਇੱਕ ਇੱਥੇ ਸ਼ੰਕਾਵਾਦੀ ਕਹਿੰਦਾ ਵੀ ਜਿਹੜੇ ਬਾਬਾ ਬੁੱਢਾ ਜੀ ਸਤਿਗੁਰੂ ਜੀ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਹਨ, ਬਚਪਨ ਤੋਂ ਸਤਿਗੁਰੂ ਜੀ ਨੂੰ ਵਿਦਿਆ ਸਿਖਾਈ ਜਾਂਦੀ ਹੈ, ਭਾਵੇਂ ਉਹ ਸਾਰੀਆਂ ਵਿਦਿਆ ਨਿਧਾਨ ਹੁੰਦੇ ਹਨ। ਮੇਰੇ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਜਦੋਂ ਬਾਲ ਅਵਸਥਾ ਸੀ, ਇਹਨਾਂ ਨੂੰ ਸਿਖਾਉਣ ਦੇ ਵਾਸਤੇ ਉਸਤਾਦ ਨੱਥਾ ਸਿੰਘ, ਮਹਾਰਾਜ ਵੀਰ ਸਿੰਘ ਜੀ ਨੂੰ ਤੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ, ਇਹਨਾਂ ਨੂੰ ਜ਼ੋਰ ਕਰਾਉਂਦਾ ਹੁੰਦਾ ਸੀ। ਅਖਾੜੇ ਵਿੱਚ ਘੁਲਣਾ, ਗੱਤਕਾ ਖੇਲਣਾ, ਚੱਕਰ ਜਿਹਾ ਚਲਾ ਕੇ ਤਾਂ ਨੂੰ ਸਿੱਟਣਾ, ਕਈ ਤਰ੍ਹਾਂ ਦੇ ਸੋਟੀਆਂ ਕਮਾਉਣੀਆਂ। ਮੇਰਾ ਮਤਲਬ ਇਹ ਸ਼ਸਤਰ ਵਿਦਿਆ ਤੇ ਬਾਬੇ ਬੁੱਢੇ ਨੇ ਸਿਖਾਈ ਗੁਰੂ ਹਰਗੋਬਿੰਦ ਜੀ ਨੂੰ, ਤੇ ਉਹ ਪੁੱਠੇ ਪਾਸੇ ਕਿਸ ਤਰ੍ਹਾਂ ਤਲਵਾਰ ਪਾ ਸਕਦੇ ਸੀ? ਨਹੀਂ, ਪਾਤਸ਼ਾਹ ਦਾ ਹੁਕਮ ਸੀ ਕਿ 2 ਤਲਵਾਰਾਂ ਲਿਆਓ, ਮੈਂ ਮੀਰੀ ਵੀ ਕਰਾਂਗਾ ਔਰ ਮੈਂ ਪੀਰੀ ਵੀ ਕਰਾਂਗਾ। 2 ਤਲਵਾਰਾਂ ਪਹਿਨ ਲਈਆਂ ਦੋਨੀ ਪਾਸੀ, ਔਰ ਜਿਗਾ ਕਲਗੀ ਸਜਾ ਕੇ ਤੇ ਸਿੰਘਾਸਣ ਤੇ ਬੈਠੇ ਹਨ, ਤੇ ਰਾਜ ਤਿਲਕ ਬਾਬੇ ਬੁੱਢੇ ਨੇ ਦਿੱਤਾ। ਸਾਹਿਬ ਇਸ ਤਰ੍ਹਾਂ ਪ੍ਰਕਾਸ਼ ਹੈ ਜਿਸ ਤਰ੍ਹਾਂ ਕਰੋੜਾਂ ਸੂਰਜ ਉਦੇ ਹੋਏ ਹੁੰਦੇ ਹਨ, ਜਿਸ ਤਰ੍ਹਾਂ ਜ਼ੁਲਮ ਦਾ ਨਾਸ਼ ਕਰਨ ਦੇ ਵਾਸਤੇ ਪਾਤਸ਼ਾਹ ਪ੍ਰਗਟ ਹੋਏ ਹਨ। ਕਿਸ ਕਰਕੇ? ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਤੋਂ ਪਹਿਲੇ ਜੋਗਣੀਆਂ ਦੀਆਂ ਫੌਜਾਂ ਇਹ ਜਾ ਕੇ ਪਾਤਸ਼ਾਹ ਦੇ ਪਾਸ, ਵਿਸ਼ਨੂੰ ਭਗਵਾਨ ਦੇ ਪਾਸ ਕਚਹਿਰੀ ਦੇ ਵਿੱਚ ਮਹਾ ਵਿਸ਼ਨੂੰ ਦੇ ਅੱਗੇ ਅਰਦਾਸ ਕਰਦੇ ਹਨ ਖੀਰ ਸਮੁੰਦਰ ਦੇ ਵਿੱਚ। ਕਹਿੰਦੇ ਸੱਚੇ ਪਾਤਸ਼ਾਹ ਅਸੀਂ ਬਸ ਅਸੀਂ ਭੁੱਖੇ ਹਾਂ, ਬੱਚਿਆਂ ਨੂੰ ਚੁੱਪ ਕਰਾਓ, ਵਿੱਚ ਰਿਕਾਰਡ ਦੇ ਆਉਂਦਾ ਹੈ। ਅਸੀਂ ਭੁੱਖੀਆਂ ਹਨ ਸਾਡੀਆਂ ਫੌਜਾਂ, ਤੇ ਕਿਉਂ ਕਿ ਉਹਨਾਂ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਉਹਨਾਂ ਦੀਆਂ ਜੋਗਣੀਆਂ ਤੇ ਕਈ ਕੁਛ ਉਹਨਾਂ ਨੇ ਇਹ ਪ੍ਰਗਟ ਕੀਤਾ ਹੈ। ਜਿਸ ਵੇਲੇ ਰਾਖਸ਼ਾਂ ਦਾ ਨਾਸ਼ ਕਰਨਾ ਹੁੰਦਾ ਹੈ, ਉਸ ਵੇਲੇ ਜੋਗਣੀਆਂ ਨੂੰ ਹੁਕਮ ਦੇ ਕੇ ਲੈ ਆਉਂਦੇ ਹਨ, ਉਹ ਲਹੂ ਪੀਂਦੀਆਂ ਹਨ, ਤੇ ਉਹ ਲਹੂ ਪੀਣ ਵਾਲੀਆਂ ਸੈਨਾ ਜਾ ਕੇ ਪਾਤਸ਼ਾਹ ਪਾ ਹੁਕਮ ਅਰਜ਼ ਕਰਦੀਆਂ ਕਿ ਸੱਚੇ ਪਾਤਸ਼ਾਹ ਤੁਸੀਂ ਸਾਰੀ ਦੁਨੀਆ ਦੇ ਰਿਜ਼ਕ ਦਾਤੇ ਹੋ, ਤੇ ਸਾਡੀਆਂ ਫੌਜਾਂ ਭੁੱਖੀਆਂ ਬੈਠੀਆਂ, ਕਿਰਪਾ ਕਰੋ। ਤੇ ਕੋਈ ਜਦ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਮਹਾਭਾਰਤ ਦਾ ਯੁੱਧ ਕੀਤਾ, ਉਸ ਤੋਂ ਬਾਅਦ ਕੋਈ ਯੁੱਧ ਨਹੀਂ ਹੋਇਆ, ਤੇ ਸਾਨੂੰ ਤਾਂ ਨਾ ਸਾਡੀਆਂ ਮਾਲਾ ਪੁਰਾਣੀਆਂ ਹੋ ਚੁੱਕੀਆਂ, ਜਿਹੜੀਆਂ ਖੋਪਰੀਆਂ ਦੀਆਂ ਮਾਲਾ ਅਸੀਂ ਪੁਰਾਣੀਆਂ ਸੀ, ਕਿਰਪਾ ਕਰੋ ਕੁਛ ਸਾਡੇ ਤੇ। ਤੇ ਸਾਹਿਬਾਨ ਧੀਰੀ ਦਿੱਤੀ, ਕਹਿੰਦੇ ਲਓ ਇਹ ਹੁਣੇ ਕੰਮ ਸਿੰਘ ਫੱਬ ਜਾਂਦਾ। ਤੇ ਫੇਰ ਕਲਾ ਮਾਈ ਨੂੰ ਹੁਕਮ ਦੇਤਾ ਕਿ ਜਾ ਕੇ ਤੂੰ ਚੰਦੂ ਸਵਾਹੀ ਦੇ ਘਰ ਤੂੰ ਜਨਮ ਲੈ ਲਾ, ਤੇ ਅਸੀਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਘਰ ਪ੍ਰਗਟ ਹੋਣੇ, ਤਾਂ ਫੇਰ ਮੱਕੂ ਬੰਨ ਦਿੰਨੇ ਸਾਰਾ, ਤੇ ਇਹ ਇਸੇ ਤਰ੍ਹਾਂ ਤੁਹਾਨੂੰ ਖੁਰਾਕ ਮਿਲੇਗੀ। ਸਾਹਿਬ ਹੁਣ ਆ ਗਏ ਹਨ ਉਹ ਇਕਰਾਰ ਪੂਰਾ ਕਰਨ ਦੇ ਵਾਸਤੇ, ਤੇ ਗੱਦੀ ਤੇ ਬੈਠੇ ਹਨ, ਸ਼ਿਕਾਰ ਖੇਡਣ ਜਾਂਦੇ ਹਨ, ਗੱਤਕਾ ਖੇਲਦੇ ਹਨ। ਭਲੱਥਾ ਬਗੈਰ ਸ਼ਸਤਰਾਂ ਤੋਂ ਸ਼ੇਰਾਂ ਦੇ ਨਾਲ ਲੜਨਾ ਉਹ ਪਾਤਸ਼ਾਹ ਦੇ ਹਿੱਸੇ ਆਇਆ ਸੀ। ਅੱਗੇ ਚੱਲ ਕੇ ਮੈਂ ਅਰਜ਼ ਕਰਾਂਗਾ। ਹੁਣ ਸਾਹਿਬ ਸ਼ਿਕਾਰ ਖੇਲਣ ਜਾਂਦੇ ਹਨ, ਤੇ ਉਧਰੋਂ ਲਾਹੌਰ ਵਾਲੇ ਸੂਬੇ ਦੇ ਮੀਰ ਸ਼ਿਕਾਰੀਏ ਉਹ ਵੀ ਸ਼ਿਕਾਰ ਖੇਲਦੇ ਹਨ। ਜੰਗਲ ਦੇ ਵਿੱਚ ਸ਼ਿਕਾਰ ਖੇਲਦਿਆਂ ਕਿਤੇ ਉਹ ਮੀਰ ਸ਼ਿਕਾਰੀਆਂ ਦਾ ਬਾਜ ਜਿਹੜਾ ਸੀ ਉਹ ਉੱਡ ਕੇ ਆ ਕੇ ਇੱਕ ਛੱਪੜ ਦੇ ਉੱਤੇ ਬੈਠਾ, ਤੇ ਸਾਹਿਬਾਂ ਦੇ ਸਿੰਘਾਂ ਨੇ ਦੇਖ ਲਿਆ ਬਾਜ। ਉਹਨਾਂ ਕਿਹਾ ਕਿ ਠੀਕ ਆ, ਲਾਵਾਰਸੀ ਆ, ਕੋਈ ਬੰਦਾ ਤਾਂ ਲਾਗੇ ਹੈ ਨਹੀਂ। ਉਹ ਫੜ ਲਿਆ ਬਾਜ। ਉਹੋ ਹੀ ਬਾਜ ਪਾਤਸ਼ਾਹ ਦੇ ਹੱਥ ਦੇ ਉੱਤੇ ਤੁਸੀਂ ਤਸਵੀਰ ਦੇਖਦੇ ਹੋ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੱਥ ਦੇ ਉੱਤੇ ਬਾਜ ਹੈ, ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੱਥ ਦੇ ਉੱਤੇ ਬਾਜ ਹੈ। ਉਹ ਬਾਜ ਪਕੜ ਲਿਆਂਦਾ। ਬਸ ਫੇਰ ਕੀ ਸੀ,
फिर इस गल का बड़ा जाके रोस प्रगट किया। वो कहन लगे देखो अज थोड़े बाज नूं इहने हथ पाया ते भड़क नूं इह थोड़े ताज नूं भी तख्त पाएगा, हाँ हथ पाएगा। और ये फौजां रखन लग पिया, शस्त्र रखदा। साहिबां ने हुक्म भेज दिते मसंदा नूं कि जिहड़ी कार भेट लियाउंदे हो इहदे नाल जिहड़ा चंगे शस्त्र और घोड़े लियाएगा, मैं उन्हां ते बहुत प्रसन्न होवांगा। कि पातशाह दा रजा सी, उन्हां ने जालमां नूं दसना सी कि असीं मीरी पीरी दे मालक असीं आ गए, असीं दूसरे अखर दे मालक हां, असीं खुद मुख्तार हां, असीं इस वेले सन बदलांगे, असीं सेली टोपी पहन के आसन दे उत्ते बैठ के असीं तत्तियां रेतां नहीं पाउणियां। क्यों कि इसे चीज नूं कदे गुरु गोबिंद सिंह पातशाह जी ने गुरु तेग बहादुर जी दे दोहरे का जवाब दिता सी। सतगुरां ने दिल्ली विच बैठिया कहा सी कि बल छुटके बंधन परे कछु न हो तो पाए, कहो नानका बोठ हर गाजों होए सहाय। ते गुरु पातशाह गुरु गोबिंद सिंह ने उच्चारण किया, कहते बल होआ बंधन छुटे सब कुछ हो तो पाए, नानक सब कुछ तुमरे हाथ में तुम ही हो सहाय। सारा कुछ तो तुहाडे हाथ दे विच आ, ते बल होया बल छुटकिया नहीं, सारे उपा हो सकते आ। हुण गुरु हरगोबिंद पातशाह दिनों दिन ताकत पकड़ते हैं। साहिबां दा आनंद, साहिबां दे 3 आनंद होए हैं, 3 विआह होए हैं, वेद रीति ना विआह होए हैं 3। माता दमोदरी जी, माता नानकी जी ते माता जी दा नाम विसर गया एक दा, फिर मैं अर्ज करांगा। ते सच्चे पातशाह नाल फौजां रखते हैं। इतिहास च लिखिया कि सतगुरां दे अस्तबल दे विच 600 घोड़ा हर वक्त तैयार रहिंदा सी। तुसीं हिसाब लाओ कि वो 600 घोड़ा रखने के वास्ते अस्तबल होणगे, उन्हां लई टहलूए होणगे, उन्हां दी खुराक का इंतजाम होएगा, किड्डा पातशाही ठाठ होएगा सतगुरां दा। और यह भी लिखिया कि 360 तोपची गुरु पातशाह की फौज के नाल हुंदे सन। ਉਹ जिस वेले इस तरह का पता लगा इधर जहांगीर नूं, ते उन्होंने भी पता सी कि मैं उन्हां दे पिता नूं शहीद कीता है, ते हो सकदा ये जिहड़ा कईयां ने इत्थे गलत लिख दिता कि अपने पिता का वैर लैण दे वास्ते गुरु पातशाह जी ने मीरी पीरी दीआं तलवारां धारियां सी। नहीं, ਉਹ ते सिर्फ जुल्म का खात्मा करन दे वास्ते आउंदे हन। ते ये खबर जिस वेले पहुंची जहांगीर दे पास, ते उधरों चंदू नूं भी पता लगा भई जिन्हां दे पिता नूं मैं शहीद कर कीता इन्ने कष्ट दे के, ते उन्हां दा पुत्तर इस वेले इन्ने जोर दे विच है ते किते साडे ते काबज ना हो जाए। इसे तरह ही दसदे हन कि जिस वेले साहिबां दा वधिया प्रताप देखिया ते उन्हें चुगली खाधी। कहंदा कि बादशाह सलामत तुहाडे मुकाबले ते फौजां रख लईआं। एक फकीर ने उठ के, ये गुरु नानक देव की गद्दी सी, तुसीं सद के पुछ सकदे हो कि तुसीं ये क्यों सिलसिला क्यों ये बदलिया, तुसीं ते माला फेरन दे वास्ते दुनिया नूं भजन कराउण दे वास्ते आए सी, तुसीं ये शाही ठाठ क्यों रखिया। साहिबां नूं सद भेजिया। साहिब मंजलो मंजली दर्शन मेले दिंदे दिल्ली पहुंचते हैं, ते दरबार दे विच ले जांदा है, बड़ा सत्कार करदा है। ते मगरों उसने ये कन्न दे विच फूक मारी हुई सी कि किसी तरह किसी बहाने इन्हां नूं ग्वालियर दे किले दे विच इन्हां नूं नजरबंद कर दिता जाए और लंबे अरसे वास्ते कि जब तक मैं कहा ना उदों तक तुसी ग्वालियर दे किले दे विच रहना। सच्चे पातशाह इत्थे इतिहासकारां दे मत वखरो वखरे हन। इत्थे इउं भी लिखिया कि चंदू ने बादशाह नूं ये वहम पाया कि तू जे तेरे दे उत्ते कैसी साड़ सती है, तेरे ते कष्ट है। मैं ज्योतिषियां नूं पुछया कि जिहड़ा इस वेले गुरु नानक देव की गद्दी ते आ, जे वो ग्वालियर दे किले दे विच जाके वो तेरे वास्ते तपस्या करे, ओथे बंदगी करे ते तां तेरे तो बला टल सकदी, नहीं ते तू मारिया जाएगा। इस तरह के बहम पाए जां कई कुछ करके उन्हें कजिए कसाले करके मुकदी गल सतगुरां नूं ग्वालियर दे किले च भेज दिता और ओथे दे अहलकारां नूं हुक्म भेज दिता कि जद तक मेरा हुक्म ना आवे उदों तक गुरु जी नूं इत्थों रहा नहीं करना। ते ओथे उसने 52 राजे जेड़े के पकड़ के छोटियां छोटियां रियासतां दे ओथे कैद कीते हुए हन, उन्हां दीयां रियासतां ते कब्जा कीता। सच्चे पातशाह हुण किले दे विच चले गए हन ते ओथे सत्संग हुंदा, कीर्तन हुंदा। साहिबां ने जिस वेले गद्दी ते बैठे उन्हां ने एक चीज होर चालू कीती। गुरबाणी दे विच ग्रंथ साहिब दीयां 12 दे विच रागां दे विच 9 धुनां लिखियां हन। कई इतिहासकारां दा मत है कि जिहड़ियां धुनां ये गुरु हरगोबिंद पातशाह जी ने चढ़ाइयां, पर जिहड़ियां बीड़ां पहिलियां गुरु हरगोबिंद पातशाह जी तो पहलां लिखियां जा चुकियां उन्हां दे विच धुनां चढ़ी होईयां हन।
इस करके ये धुनां चढ़ाइयां गुरु अर्जन देव जी ने। वार उचारण करते हैं गुरबाणी की, ओदियां पौड़ियां हैं, ओदी पौड़ी की चाल दे नाल मिलदी वार जिहड़ियां कि पिछले सूरमे योधे वो युद्ध करते सी और बड़े युद्ध के धनी सन ते दानी भी सन। उन्हां दीयां वारतावां जिहड़े ढाडी सी ਉਹ उन्हां दीयां वारां गाउंदे सन। गुरु जी ने 9 ਧੁਨਾਂ 9 वारां दे विचों जिहड़ियां चंगीआं उन्हां नूं लगियां और उन्हां दीयां पौड़ियां दे नाल इन विन मिलदियां सी, ਉਹ वारां ਧੁਨਾਂ उत्ते लिखियां। पहली ਧੁਨ लिखी माज राग दी वार ते, चंद्रहड़ा सूहिया की धुन उपर गावनी। चंद्रहड़ा ते सूहिया ये दोवां दी आपस विच ही लड़ाई हुई और काफी इन्हां ने सूरबीरता दे नाल, मैं इतिहास नूं नहीं छेड़ना, ਉਹ वार ਦੀਆਂ पौड़ियां ਜਿਹੜੀਆਂ ਮਾਝ ਦੀਆਂ ਸੀ ਇਹਦੇ ਨਾਲ ਮਿਲਦੀਆਂ ਸੀ ਬਿਲਕੁਲ। ਇਹਦੇ ਉੱਤੇ ਉਹ ਧੁਨ ਲਿਖੀ ਕਿ ਇਸ ਤਰ੍ਹਾਂ ਦੀ ਧੁਨ ਨਾ ਗਾਉਣਾ। दूसरी ਧੁਨ ਰਾਏ ਕਮਾਲ ਦੀ ਮੋਝ ਦੀ ਕੀ ਧੁਨ ਉੱਪਰ ਗਾਉਣੀ, ਗੌੜੀ ਰਾਗ ਦੀ ਵਾਰ ਦੇ ਉੱਤੇ ਲਿਖੀ। तीसरी आसा दी वार ते लिखी, ਜਿਹੜੀ ਤੁਸੀਂ ਆਸਾ ਦੀ ਵਾਰ ਤੜਕੇ ਸੁਣਦੇ ਹੋ ਲਾਉਂਦੇ ਹੋ। ਜਿਹੜਾ ਸਿੱਖਾਂ ਦਾ ਜੀਵਨ ਹੈ, ਜਿਸ ਤੋਂ ਸਿੱਖਾਂ ਨੂੰ ਸ਼ਕਤੀ ਮਿਲਦੀ ਸੀ, ਜਿਸ ਤੋਂ ਸਿੱਖਾਂ ਨੂੰ ਜੀਵਨ ਮਿਲਦਾ ਸੀ, ਉਹ ਆਸਾ ਦੀ ਵਾਰ सच्चे पातशाह का हुक्म है कि जे लाई ना जाए तो वह पाठ ही कर लिया जाए। आसा पूर्णी इहदा नाम है। ਉਹਦੇ उत्ते लिखिया टुंडे असराजे की धुनी उपर गावनी। उस तो अगे फिर वडहंस की वार, ਉਹਦੇ उत्ते लल्ला बहलीमा की धुनी उपर गावनी। फिर उस तो बाद रामकली की वार, राय जोध पूर्व बाणी की धुनी उपर गावनी। उस तो बाद फिर सारंग की वार, राय महमे हसने की धुन उपर गावनी। फिर उस तो बाद कानड़े की वार, मूसे की वार की धुन उपर गावनी। वो मूसे की वार दे इस तरह लिखिया उत्थे इतिहासकारां ने कि मूसा जिहड़ा सी ये बड़ा बादशाह सी, राजपूत। इस दे नाल किसे राजे ने अपनी लड़की मंगी हुई सी, वो किसे होर ना शादी करन दे बना ते इन्हां दा युद्ध होया। इसने युद्ध दे विच वो लड़की समेत उस राजे नूं जित लियांदा और फिर जिस वेले उन्हें अपने दरबार दे विच सद के पुछया उस बीबी नूं कि तू किस दे रहना चाहनी है। उसने कहा जिस दे नाल मेरा ब्याह होया मैं उसे दे रहना चाहनी है। उसने ओदा राज भी वापस कर दिता और उन्हां नूं भी रहा कर दिता। ते इस तरह उत्थे पौड़ी आउंदी भी जिस तरह दी कीती मूसे ने कोई ना करेगा ते ना किसे किने करी ना अगे। इस तरह दा यानी इस तरह दीयां वारां जिहड़ियां सी सतगुरु हरगोबिंद पातशाह शाम दी चौंकी वेले रागियां दे दीवान तो पहले ढाडियां दी वारां सुणदे। ओ मेरे सतगुरु पातशाह सच्चा पातशाह सतगुरु प्रताप सिंह दी हजूरी तक वो वारां दा कीर्तन होंदे रहे। हुण मजबूरी की वो ढाडी जिहड़े सी बेचारे वो कुछ ते पाकिस्तान चले गए, कुछ मर मुक गए। वो वारां किसी ने गां उस तरह याद ना कीतियां। कदे सतगुरु हरगोबिंद जी दा जस किते ढाडी लाभ सिंह सुणाउंदा हुंदा सी। मैं बचपन दे विच सुन चुका, दर्शन मेला कर चुका। शेर वांगू उसने वीर आसन करके बैठना, जिस तरह अमृत बनाने वाले सिंह बैठते तो उन्हें बड़ा सारा रवाब होना, ताना करके उत्ते बजाई जाना। नाल उहदे नाल कोई तबला नहीं सी हुंदा, नाल कोई मरदंग नहीं सी हुंदा, सिर्फ उहदे उत्ते जिहड़ा रवाब कदे सतगुरु नानक पातशाह दे हजूरी दे विच जिहड़ा मरदाना बजाउंदा सी, ओहदियां 4 तारां हुंदियां। ओहनूं बस ओहदी घोड़ी खल दे उत्ते मड़ के ओहदे उत्ते रखी हुंदी, बड़ी आवाज हुंदी, ओहदा मारू बाजा उसनूं कहंदे हन। ओहदे नाल जिस वेले ओह वारां सुणाउंदा सी लाभ सिंह, सतगुरु प्रताप सिंह दी हजूरी च पहलां ढाडी दी चौंकी होनी। उन्हें तोप की आवाज जिहड़ी होनी वो तोप वांग उदां ही करनी, कहना तोप चली जला ला 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 हा करके, जिस तरह उन्हें कहना एक शेर जिड्डा ओहदा आवाज ते एवं ही मालूम होना जिस तरह के सचमुच ही तलवार तोप चली है। जे एक तीर चलना तो वहां फर्रका करके जाके अगले जिस तरह लगता हुंदा तेग मारी जक 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 कार करके इस तरह तेग दा वार होना। इस तरह सच्चे पातशाह जी ने वारां सुणाउणियां पहले सिंहां नूं, उन्हां दे विचों बुज़दिली खत्म करके उन्हां दे वीर रस पैदा करना कि ये युद्धमई इन्हां दा मन बने और ये जालमां दा टाकरा कर सकन। ते सतगुरु पाक तुसीं कदे महाराज वीर सिंह जी दे सपुत्र श्री ठाकर जी उन्हां नूं कदे उन्हां दे याद कराईयां सी पौड़ियां सतगुरु प्रताप सिंह जी ने। वो झूलना छंद सी भी इस तरह आउंदा भी इस तरह मुर्दे मार मार के कहंदे ढेर लाता, जिस तरह स्वर्ग की पौड़ी बनाई इस तरह झूलने छंद बोलने। वो सुन दे नाल सरूर आ जाना। मेरे सतगुरु हरगोबिंद पातशाह अपने दीवान दे विच ढाडियां दा कीर्तन सुनते हैं। वो उन्हां दे दीवान दे शिंगार हैं, उन्हां दे विच योधियां दीयां वारां सुनदे, जिन्हां नूं वारां नूं सुन के साडे विच जिहड़ी चीज ये समा गई सी
जरूरी है कि किसी का बोल कबोल सह जाना, मगर जिहड़ा निराई जुल्म दे अगे इस तरह सिर नवा देना, यह भी कायरता है। इस कायरता नूं दूर करने दे वास्ते आद श्री ग्रंथ साहिब की बाणी पढ़ पढ़ के जिस तरह सतगुरु प्रताप सिंह जी का वचन आउंदा कि साधो मन का मान त्यागो, इस तरह पढ़ के सिंह पे कोई गड़वी चक के लै गया, कोई डोरी चक के लै गया, कोई माड़ा हथों खोल के लै गया, भाई चलो तेरा भाना मीठा लागे करके, तो इस तरह कहन लगे इस तरह धर्म नहीं बच सकता। इस धर्म नूं बचाउण दे खातर मेरे साहिब श्री गुरु हरगोबिंद जी ने एक तलवार नहीं 2 तलवारां पहन लईआं, नाल माला है ते ढाडियां दीआं वारां सुणदे हन युद्ध दीआं। उत्थे हुण किले दे विच शाम नूं पहले ढाडियां दी चौकी हुंदी है, फिर रबाबी कीर्तन करदे हन पक्के रागां दे विच, ਜਿਹੜੇ कि राग सानू अज नसीब ही नहीं, असीं वो भुलदे जाने हन। सतगुरु प्रताप सिंह की हजूरी च सतगुरु जगजीत सिंह जी की कृपा नाल हुण तुसीं कदे देखदे हो, कदे कदे जे किते दीवान दे विच सच्चे पातशाह कृपा करदे हन ते साहिब श्री सतगुरु जगजीत सिंह जी और मेरे पूज्य श्री महाराज वीर सिंह जी, ये दोनों भराता गाउंदे हन ते फिर बजाउण वालियां दा भी छक्के छुट जांदे हन, ते फिर तबला भी साहिबां नूं आप महाराज वीर सिंह जी नूं बजाउणा पैंदा है। क्यों? वो चीज़ां जिहड़ियां गुरु अर्जन देव जी ने उचारण कीतियां, जिहड़ियां रीतां बनीआं, वो रीतां गाउणियां बड़ियां औखियां हन। वो इस तरह का कीर्तन सच्चे पातशाह दे हजूरी च हुंदा, तड़के आसा दी वार लगदी है, कथा हुंदी है, सिमरन करदे आ, वो ते देवपुरी बन गया जिहड़ा किला सी। मैनू चेता कदे साहब पूजा महाराज वीर सिंह जी दे उत्ते जदों केस बनिया, उन्होंने जेल यात्रा करनी पई, वो 10 महीने जेल दे विच रहे। असीं भी उत्थे दर्शन करन गए जथे समेत साहिबां दे, मगर उत्थे किस तरह बनिया सी प्रोग्राम, महाराज वीर सिंह जी ने जिन्ने कैदी सी सारियां नूं भजन दस दिता और उन्होंने वास्ते माला बन के गईयां सन। उत्थे सिमरन हुंदा, उत्थे नितनेम हुंदा, वो सारी देवपुरी बनाती। हुण इत्थे ते मौज लगी हुई है, इन्हें अपने वालों साहिबां नूं कैद कीता होया है, ते हुण इधर की कौतक बनदा ते सतगुरां दे दर्शन तो बगैर संगत दा बुरा हाल हो रहा है। क्यों कि बुरा गुरु का विछोड़ा जैसे जिगर विच फोड़ा, इसी तरह हुण संगत नूं दर्शन नहीं हुंदे। श्री अमृतसर साहिब जिथे कि साहिबां ने कृपा कीती, अमृतसर दी नींह रखी, तलाब बनाया गुरु रामदास जी ने, ओदा नाम रखिया रामदास सरोवर, ते ओदे विच दरबार साहब दी रचना कीती मेरे साहिब पंचम पातशाह गुरु अर्जन देव जी ने। ते हुण साहिब गुरु हरगोबिंद पातशाह पातशाही ठाठ है, ते ओ की रचदे, ओदा नाम रखिया अकाल तख्त। बड़ा उच्चा सारा सिंघासन बना के सामने दरबार साहब दे दर्शनी डेड़ी दे सामने अकाल तख्त की रचना करदे, ओदा नाम रखिया अकाल तख्त। ਉਹਦੇ ਉੱਤੇ बैठ के संघासन ला के लोगों के दुखियां के दुख सुनते हैं, उत्थे फैसले देंदे हैं, अलाही फैसले देंदे हैं। जदों जहांगीर बादशाह नूं पता लगा वो मैं ते झूठा पातशाह, मैं ते छोटे जे तख्त ते बैठा, उधर अकाल दा तख्त रख के उत्थे मीरी पीरी दा पातशाह जिहड़ा दल भंजन गुरसूरमा वड़ जोधा बहुत परोपकारी वो बैठा है, ते सतगुरां दा करोड़ां सूरजां जिन्ना तेज है। जाके लोग दसदे हन कि बादशाह दा दिल हिल गया भी ये की बनिया। हुण साहिब अमृतसर जी तो गैर हाजिर हैं, ग्वालियर के किले नूं भाग लायो हैं। ये तो धरती के कर्म हुंदे हैं, जिथे जिथे धरती ने कोई कर्म कीता हुंदा वो फिर उत्थे सच्चे पातशाह चरण पाउण जाते हैं। जिस तरह सगल दीप भवन में जाई, होए कृपाल प्रभ दर्श दिखाई, मेरे साहिब श्री सतगुरु राम सिंह पातशाह इत्थे दर्शन देंदे हैं श्री भैणी साहब। ते मगर दूसरी टापूआं दी धरती जेड़ी चरण परसन नूं तरसदी है, जेड़ी कहंदी कि मेरे ते चरण रखण दी किड्डी विशेषता है। कदे श्री रामचंद्र जी ने पत्थर दे उत्ते चरण रख दिता ते वो पत्थर सिला जैसे तारी बंक हो की चौंच चीर डारी, ऐसे भूम पारी जैसे आज आरी की चीर डारी है। वो सिला तर गई उन्हां दे चरण रखण दे नाल, ते जेड़े रेत दियां किणकियां ते धरती दे मिट्टी दियां किणकियां ते सच्चे पातशाह जी दे चरण पैंदे हन, वो किस तरह धन भाग ना उन्हां दे होणगे, वो खरिया किन्नियां जुगां दे उडीकदे होणगे। मेरे साहिब श्री सतगुरु जगजीत सिंह जी, मैं इन्हां दी हजूरी दे विच एक बार मणीकरण नूं गया ते उथे साहिबां ने गड्डी त्याग दी जान के कहन लगे पैदल चलते हाँ, कदी उस पत्थर ते जाके चरण रखन, कदी उस ते चरण रखन, ते मैं उच्ची तो कह ना सका भी जे मैं उच्ची कहा तो फिर मैनू मार भी पैनी, झिड़कां पैणियां, ते मन च कही जावां भी देखो इस पत्थर ते खरिया किन्ने चिर दा बेचारे ने उडीक कीती सी। गड्डी बिगड़ गई, गड्डी का बहाना बना लिया, गड्डी बिगड़ गई है। तो फिर की करते सच्चे पातशाह कहते दयाल आ देखा बर्फ, ते चक के वो पत्थर ते मैनू वो बर्फ ही लगे चिट्टा। मैं क्या ये खबरे कदों का उड़ीकदा सी सच्चे पातशाह जी के हस्तकमलों का स्पर्श करने वास्ते। ये धरती के भाग हैं, ग्वालियर की धरती ने उन्हें
भाग कीते होणगे चंगे साहिब उत्थे दर्शन दिंदे। कदी ध्यान मार के देखो जीवन नगर की धरती नूं जिथे मेरे सच्चे पातशाह सतगुरु प्रताप सिंह जी ने भाग लाए, जिथे गऊआं कतल हुंदियां सी, जिथे गऊआं दा खून डुलदा सी, उत्थे अज देखो सिंह अमृत छकदे अमृत डिगदा, उत्थे सिंह प्रसादे छकदे उन्हां दे हत्थ ऐं दा जल डिगदा, सिंह इशनान करदे ओ जल उत्थे डिगदा। उत्थे धुनां कीर्तन दीआं हन, जिथे सिंह जंगल दे विच खेतां च काम करदे आ उत्थे भी शब्द पढ़दे हन उच्ची सुरां दे नाल। कूका वो नहीं हुंदा चुप करके जिहड़ा बैठा रहे ते कोल शब्द पढ़दे हुंदे रहन ते नीवी पा के इदां सुनी रहे, वो कूका नहीं हुंदा। कूका वो हुंदा बेतहाशा कूके, चाहे बिंगा चाहे सीधा, जिस तरह के भी साहिब के गुणों तो बोल होंगे कूके, वह है कूका। सतगुरु राम सिंह जी ने कूका पंथ रचिया ते ओ कूके कूका मारते हैं उत्थे जंगलों के विच। धरती के किन्ने भाग चंगे हैं, उत्थे इस वेले कई होले हो चुके हैं, उत्थे प्रयोग होंदे हैं। इस तरह धरती के भाग जागदे। श्री अमृतसर की धरती सुन्नी है, पुकार कर दी है, अकाल तख्त खाली पिया ते संगत जिहड़ी है वो करवलाहट मचिया, सतगुरां दे दर्शन नहीं हुंदे। तुसीं इत्थे ही देखो तो ध्यान मार के सच्चे पातशाह जदों दर्शन देंदे हन फिर दौरा करन चले जांदे हन। जिहड़ा कि साडा हाल भरिया हुंदा, तिल मारन नूं थां नहीं हुंदा, सच्चे पातशाह 2-3 दिन दे वास्ते बाहर चले जांदे हन, बाहरली धरती नूं भाग लाउण दे वास्ते। इत्थे उदासी छा जांदी है। यह है दर्शन दा एक सदका। ते हुण सिख विਉਂਤਾਂ बनाउंदे हन कि किस तरह साहिबां नूं उत्थों लिआंदा जाए। इतिहास च लिखिआ 14 महीने साहिब गुरु हरगोबिंद पातशाह जी ग्वालियर के किले दे विच रहे। हुण कई इतिहासकार इस तरह बना के लिखते हैं कि सिखां च जिस तरह कोई ताकत नहीं हुंदी, उन्होंने रूहानियत नूं देखिया ही नहीं, उन्होंने पता ही नहीं रूहानियत की चीज़ है। मैं उन्होंने लिए कई उदाहरण देंदा हुंदा हाँ कि धरती है, उस धरती दे विच एक दरख्त पैदा होया आ, वो दरख्त कौड़े रीठे लगते जहर वर्गे, ते पातशाह दे थल्ले बैठण दे नाल अद्धा पासा मिठा हो जांदा ते अद्धा पासा कौड़ा हो जांदा। किहड़ी वो चीज़ सी, किहने पेंद लाई सी उहनूं? ये करामात नहीं सी ते की सी? दुनिया इस चीज़ नूं मुनकर हुंदी है। वो अजे भी दरख्त खड़ा, उहदा प्रसाद दुनिया लियाउंदी। अद्धे दरख्त दे कौड़े रीठे हन ते अद्धे दरख्त दे मिठे रीठे हन। ये साहिबां दी एक बैठण दा ही सदका है। दुनिया नूं नहीं पता कि गुरु के सिख की कुछ कर सकदे सी। जिस तरह किसी वेले हनुमान ने मक्खी का रूप धार के वो मंत्र दे उत्ते एक नुकता बिंदा ला के वह मंत्र गलत कर दिता सी। हुण भाई पैड़ा जिहड़ा ओ भाई विधि चंद ओ साहिबां दी उत्ते बड़ी किरपा। अगे चल के दा प्रसंग आएगा। ये चोरां दा ढड़वैलां दा सरदार सी, बड़ा वड्डा डाकू सी, मालवे दे रहण वाला। ये लोकां दे पशु दिन दीवी खोल के लै जांदा सी। सतगुरु जी दी हजूरी विच आया सी और बड़ा भजनीक सी, सतगुरां दा निकटवर्ती ए सिख सी। ते सतगुरां दा जिस वेले विछोड़ा नहीं ना देखा गया ते विਉਂਤ बनाई। विचे विच बादशाह नूं कई बार सुनेहे भेज चुके सी, मगर उहदे कंन ते जूं नहीं सरकदी। उहदे कन्नां 'च फूक मारन वाला चंदू वो कहंदा भी जे गुरु हरगोबिंद पातशाह रहा हो गए तो मेरी मौत ते सिर ते कूकदी है, होवे ना ते इन्हां नूं उत्थे कैद करा छड्डां। ਉਹ कोई किसी के कंन ते जूं नहीं सरकी, साहिबां नूं उत्थों रहा नहीं कीता जांदा। ते भाई विधि चंद एक दिन रात नूं जहांगीर बादशाह दे सुपने दे विच आया। उहनूं सुपना है शेर दा रूप धार के छाती दे उत्ते बैठ गया ते कल नूं मार देंगा। हुण जाग आई है, तब के जाग पिया ते मलका वो लागे वो जिहड़ी बेचारी बेगम वो देखदी, कहंदी की होया ते वो चार फेरे डेंबरियां नूं देखदा। कहंदा मैं बड़ा भयानक कहंदा सीन देखिया, मैनू ते शेर ने आके दब लिया सी, मेरी छाती दे उत्ते शेर बैठा सी, मैनू हुणे मार देन लगा सी। वो बथेरा कहंदी है बादशाह ये कोई भयानक एवें डरावना सुपना होएगा, कदी सुपने भी सच्चे हुंदे आ। ते चलो गल टाल दी नहीं, पर उहनूं कच्चियां तेड़ियां आउंदियां नहीं सारा दिन। ਉਹਦਾ ਵਿਚਾਰੇ ਦਾ बुरा हाल, रंग ਉਹਦਾ पीला हो गया, रोटी खाण ਨੂੰ जी नहीं कीता ते रात दूसरी फे पै गई है ते बिधि चंद हुणां ने फे आ दर्शन दिते, फे आ दबिया। कहंदे ओ मूर्खा तू कल बचन करके फे मुकर गया, अज नहीं हुण तैनूं छड्डदा। तू कल सुपना समझ लिया, सुपना समझदा जरा हलूणियां नौंदरा निशान लाते थोड़े जै ते फे तब क्या जागिया। ते वो बेगम कहंदी फिर कहंदी महाराज बादशाह सलामत, ये ते सुपना हुंदा है, सुपना भी कदी सच्चा। वो कहंदा भलीए लोके आ नौंदरा दे निशान लगे हुए, नौ मेरे सिमन डिया है, तू सुपना कही जानी है, मेरी जान ते बनी हुई है, भड़क नूं मेरी जान तो हाथ हो बैठेगी। ते आखे कहंदा की है शेर, वो कहंदा कि जिहड़ा छेवां गुरु है गुरु नानक देव की गद्दी ते उहनूं उत्थों रहा किया जाए। वो कहंदे भी तुहाडा की मुल लगदा, तुसीं हुक्म जारी कर दिओ, तुसीं अपनी जान क्यों गवाउंदे हो? बस पक्का करार कर लिया। सवेरे दिन चढ़दे नूं हुक्म जारी करके हुक्म भेज दिता साहिबां नूं कि इन्हां नूं रहा कर दिता जाए। इसे दौरान दे विच एक चंदू सुआही ने पोशाक भेजी सी, वो
दरोगा जेल का दरोगा उसका नाम भाई हरदास है, जिहड़ा कदी कदी जन्म धार के गुरु राम सिंह दे वेले सूबा लखा सिंह का जन्म जिसने लिया, जिसनू जाके सिख जिहदियां अरदासां करदे हैं, सच्चे पातशाह सूबा सानू बड़ा तंग करदा, सतगुर कहंदे लियाओ बई सूबे नू मारदे आ, उहनू समझाउने आ। जदों वो आउंदे हन ते उदों कहंदे ला बई सूबा जी आए आ, शरबत घोल के लियाओ मिश्री दा। ते सिख कहंदे सच्चे पातशाह ये तुहाडा बड़ा कौतक निराला है, पहलां कह दिंदे लियाओ उहनू सोधदे जरा क, ते जदों सामने आउंदा उदों मिश्री दे शरबत मंगा लैंदे आ। साहिब कहंदे मैनू चेता आ जांदा मेरे नाल इसने बड़ी रैत कीती हुई है। ਉਹ हरदास भाई हरदास जेल का दरोगा, उस दी हथी चंदू स्वाही ने एक जहरीली पोशाक भेजी है, इन्नी जहरीली कि जिहड़ी पिंडे दे नाल उत्ते पाउंदियां सारी आदमी नूं मार देवे। ਉਹ ਜ਼ਹਿਰੀਲੀ पोशाक मेरे गुरु हरगोबिंद पातशाह वास्ते भेजी कि ये पोशाक उन्होंने पहना दिओ, उत्तों अतलस दी है, बड़ी वो कीमती लगती है, विच उहदे जहर भरी हुई है कि जिसम नूं लगदे सार मुसामा दे विच दी जहर असर कर जाए और वो मर जाण। ते उसने सतगुरां पास सचो सच दसता कि सच्चे पातशाह पोशाक थोड़े वास्ते उस चंडाल ने भेजी है और ये जहरीली है, ते मैं थोड़े हाजिर नहीं करनी। ते इस तरह का यह लिहाज गुरु राम सिंह पातशाह के वेले ताईं ये लिहाज इन्हां दा चलदा रहा। ये फिर जिस वेले सच्चे पातशाह नूं वो पोशाक नहीं पुनाई, सच्चे पातशाह सही सलामत हुण रिहाई का हुक्म आ गया, ते सतगुर कहिंदे असीं इस तरह नहीं जा सकते। वो जिहड़े बेचारे राजे वो कुरबलाट लगे पाउण के सच्चे पातशाह हुण तुसीं आके चले चले हो, ते तुहातों बाद सानूं कौन रिहा करेगा, ते किरपा करो लगे रोण वैराग करन। ते सच्चे पातशाह जी ने दोबारा हुक्म भेज दिता, कहिंदे असीं नहीं बाहर आउंदे जिन्ना चिर ना कि साडे नाल दे राजे ना रिहा कीते जाण। ते बादशाह ने कहा भई ओदी जान ते बनी हुई, कहंदा भी जे मैं हुक्म मोड़ दिता तो रात नूं शेर ने आ दबना, मैनूं तां खत्म ही कर देगा। भी हुण जो कुछ कहिंदे गुरु हरगोबिंद जी वो मान ही लो। कहिंदे भी चंगा एक बहाना बनाया, कहिंदे तुहाडे जिहड़ा चोगा है कदी मेरे सच्चे पातशाह साहिब सतगुरु प्रताप सिंह जी दे साहिब सतगुरु प्रताप सिंह जी ने चोगा पाया किसी ने देखा हो अंग रखा। जदों मेरे सच्चे पातशाह जांदे सी किते किसी इस तरह बड़े किसी समागम ते, तुसीं जिहड़ी सतगुरु का स्वागत दे हैडिंग दे उत्ते थल्ले फोटो सतगुरु जगजीत सिंह जी हार पहना रहे हैं सतगुरु प्रताप सिंह जी नूं पालम हवाई अड्डे ते, वो सतगुरु मेरे सच्चे पातशाह सतगुरु प्रताप सिंह दे अंगरखा पहनिया है, ओदी इत्थे तणी कसी हुंदी सी। वो कदे कदे सिल्क दा रेशमी पातशाह ने जिस वेले पाउणा, जदों तुरना सरू जी जिड्डा कद लंबा मेरे सतगुरु प्रताप सिंह दा, ते पंछी डिग के पैंदे सी। सच्चे पातशाह चोगा पहनते हैं, मैनू चेता आ गया अपने सतगुरु जी दे 50 कलियां का चोगा है। अजकल ते साडियां पोशाकां असी पश्चिमी सभ्यता के हेठां आके असी अपनी भारतीयता अता खत्म ही कर दी। हुण तुसीं देखदे हो किसी सिंह दे ऐचकन पाई कदी देखी है? ऐचकना पाउंदे सन, उस तो बाद वो चोगा ओदियां 50 कलियां हैं, ते हुक्म गया बादशाह वालों कि थोड़े चोगे की कलियां फड़ के जिन्ने बाहर निकले उन्ने रहा किए जाएंगे। 50 राजियां ने सच्चे पातशाह जी दे कलियां फड़ लियां चोगे दियां, ते 2 राजे रह गए। वो कहंदे सच्चे पातशाह असी हुण समुंदर दे सरोवर दे लागे आके प्यासे रह जाएंगे, बख्शिश करो। पातशाह की रिजा दे नाल 2 कलियां होर बढ़ गईयां, 52 कलियां का चोगा सच्चे पातशाह का हो गया। सारियां ने एक एक कली फड़ लई, ते सारियां राजियां नूं लैके सच्चे पातशाह बाहर किले दे दरवाजे तो निकलदा, मेरा बंदी छोड़ पातशाह, जिन्हां ने कि खरिया किन्नियां सालां दे वो पै सड़दे सन जेल दे विच, उन्हां सारियां नूं लियाए हन। क्यों कि वो ते सारियां दा प्रतिपालना करने वाला, ओ दीनन की प्रतिपाल करने वाला, ओ दीन रक्षा के कारण ही प्रगट होया। एक बार तो कह लीए मेरा पातशाह दीना की रक्षा करने वास्ते प्रगट होंदा है।
ਬੰਦਿਆਂ ਦੀ ਰਿਛਾ ਨਹੀਂ ਕਰਦਾ। ਉਹ ਪਛ ਪਸ਼ੂ ਨਗ ਨਾਗ ਨਿਰਾਤਵ ਸਰਬ ਸਮੇਂ ਸਭ ਕੋ ਪ੍ਰਤਪਾਰੇ। ਲੋਕ ਸੱਪ ਨੂੰ ਕਿਤੇ ਦੇਖ ਲੈਣ ਨਾ ਤੇ ਕੰਮ ਛੱਡ ਕੇ ਦੌੜਦੇ ਹਨ ਮਾਰਨ ਨੂੰ। ਇੱਥੇ ਦੇ ਲੋਕਾਂ 'ਚ ਤਾਂ ਵਿਸ਼ਵਾਸ ਹੀ ਇਹ ਆ ਕਿ ਜਿਸ ਵੇਲੇ ਉਹ ਅਕਾਲ ਪੁਰਖ ਨੇ ਆਦਮ ਤੇ ਹਵਾ ਨੂੰ ਪੈਦਾ ਕੀਤਾ ਤੇ ਉੱਥੇ ਇੱਕ ਕਣਕ ਦਾ ਬੂਟਾ ਪੈਦਾ ਹੋਇਆ ਤੇ ਉਸ ਉਹਨਾਂ ਨੂੰ ਕਿਹਾ ਕਿ ਇਹ ਮਟੁੰਡਾ ਇਹ ਕਣਕ ਦੇ ਬੂਟੇ ਨੂੰ ਇਹਨੂੰ ਤੋੜ ਕੇ ਇਹਨੂੰ ਨਹੀਂ ਖਾਣਾ ਤੇ ਨਹੀਂ ਤਾਂ ਤੁਸੀਂ ਇੱਥੋਂ ਇਸ ਛਾਂਬੇ ਚੋਂ ਇਸ ਬਾਗ ਚੋਂ ਗਿਰਾ ਦਿੱਤੇ ਜਾਓਗੇ। ਉਹ ਕਹਿੰਦੇ ਸੱਪ ਨੇ ਸਲਾਹ ਦਿੱਤੀ ਸੀ ਇਹਨਾਂ ਦੇ ਅਕੀਦੇ ਅਨੁਸਾਰ, ਈਸਾਈ ਮਤ ਦੇ ਅਕੀਦੇ ਦੇ ਅਨੁਸਾਰ, ਕਿ ਸੱਪ ਨੇ ਸਲਾਹ ਦਿੱਤੀ ਸੀ ਕਿ ਤੁਸੀਂ ਇਹ ਖਾਓ ਤਾਂ ਸਹੀ, ਇਹ ਦੇਖੋ ਕਿੱਡਾ ਸਵਾਦ ਹੈ, ਤੁਹਾਨੂੰ ਐਵੇਂ ਰੋਕਿਆ ਹੈ। ਉਹਨਾਂ ਨੇ ਖਾ ਲਿਆ, ਉਹਨਾਂ ਨੂੰ ਉੱਥੋਂ ਗਿਰਾਇਆ ਗਿਆ। ਉਸ ਦਿਨ ਤੋਂ ਸੱਪ ਦਾ ਤੇ ਬੰਦੇ ਦਾ ਕਹਿੰਦੇ ਵੈਰ ਪਿਆ। ਇਹ ਜਿੱਥੇ ਨਿਰੇ ਇਹ ਹੀ ਨਹੀਂ, ਸਾਡੇ ਲੋਕ ਵੀ ਸੱਪ ਦੇਖ ਲੈਣ ਬਸ ਉਹਨੂੰ ਤਾਂ ਸਵਾਬ ਸਮਝਦੇ, ਉਹਨੂੰ ਤਾਂ ਪੁੰਨ ਸਮਝਦੇ, ਦੌੜਦੇ ਹਨ ਫਿਰ ਲੈ ਕੇ ਲਾਠੀਆਂ। ਮੇਰਾ ਸਤਿਗੁਰੂ ਪ੍ਰਤਾਪ ਸਿੰਘ, ਉਹਨਾਂ ਨੇ ਇੱਕ ਸਿੱਖ ਨੇ ਭੁੱਲ ਕੇ ਭੁਲੇਖੇ ਨਾਲ ਮੰਡੀ ਮਾਰ ਦਿੱਤਾ ਸੱਪ ਨੂੰ। ਸਾਹਿਬਾਨ ਨੂੰ ਪਾਠ ਕਰਾਉਣ ਦਾ ਹੁਕਮ ਲਾਇਆ, ਡੰਨ ਲਾਇਆ ਕਿ ਇਹਦੇ ਨਿਮਿਤ ਪਾਠ ਕਰਾ ਕੇ ਭੋਗ ਪਾ। ਮੈਂ ਜਦੋਂ ਮਣੀਕਰਨ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਦੀ ਹਜ਼ੂਰੀ 'ਚ ਗਿਆ ਤੇ ਸੱਚੇ ਪਾਤਸ਼ਾਹ ਪੈਦਲ ਜਾ ਰਹੇ ਹਨ ਤੇ ਸੱਪ ਇੰਨਾ ਕੁ ਦਿਸਿਆ। ਹਾਲਾਂਕਿ ਏਡੇ ਉੱਚੀਆਂ ਪਹਾੜਾਂ ਦੇ ਉੱਤੇ, ਬਰਫਾਨੀ ਪਹਾੜਾਂ ਦੇ ਉੱਤੇ ਸੱਪ ਨਹੀਂ ਹੁੰਦਾ। ਉਹ ਕਾਲੇ ਰੰਗ ਦਾ ਚਮਕਦਾ ਸੱਪ ਕਰੀਬਨ ਫੁੱਟ ਕੁ ਪਰ ਲੰਬਾ ਹੋਏਗਾ ਤੇ ਪੱਥਰਾਂ ਦੇ ਉੱਤੇ ਮੌਜ ਨਾਲ ਤੁਰਿਆ ਫਿਰ। ਤੇ ਸਾਹਿਬਾਂ ਨੇ ਇੱਕ ਛੀਟੀ ਜਿਹੀ ਲੈ ਲਈ ਤੇ ਉਹਨੂੰ ਛੇੜੀ ਜਾਂਦੇ ਤੇ ਉਹ ਤੁਰਿਆ ਜਾਂਦਾ, ਕਦੀ ਉਧਰ ਨੂੰ ਚੱਲ ਜਾਂਦਾ, ਉਹਦੇ ਮਗਰੇ ਹੀ ਤੁਰੇ ਜਾਂਦੇ। ਜਿੰਨਾ ਚਿਰ ਉਹ ਲੋਕ ਨਹੀਂ ਨਾ ਗਿਆ ਵਿੱਚ ਜਾ ਕੇ ਕਿਸੇ ਖੁੱਡ ਦੇ, ਉਹਨਾਂ ਚਿਰ ਤੇ ਬਾਅਦ ਚ ਬਚਨ ਕੀਤਾ, ਕਹਿੰਦੇ ਜੇ ਕਿਸੇ ਨੇ ਦੇਖ ਲੈਣਾ ਸੀ ਮਾਰ ਦੇਣਾ। ਤਾਂ ਹੀ ਮੇਰੇ ਗੁਰੂ ਗੋਬਿੰਦ ਸਿੰਘ ਨੇ ਐਵੇਂ ਨਹੀਂ ਲਿਖ ਦਿੱਤਾ, ਪਛ ਪਸ਼ੂ ਨਗ ਨਾਗ ਨਿਰਾਤਵ ਸਰਬ ਸਮੇਂ ਸਭ ਕੋ ਪ੍ਰਤਪਾਰੇ। ਮੇਰਾ ਪਾਤਸ਼ਾਹ ਸਾਰਿਆਂ ਦੀ ਪ੍ਰਤਪਾਲਨਾ ਕਰਦਾ। ਤੇ ਉਹ ਬੰਦੀ ਛੋੜ ਪਾਤਸ਼ਾਹ ਲੈ ਕੇ ਰਾਜਿਆਂ ਨੂੰ ਬਾਹਰ ਆਏ ਹਨ ਤੇ ਉਹ ਆਪਣੇ ਆਪਣਿਆਂ ਘਰਾਂ ਨੂੰ ਗਏ। ਪਾਤਸ਼ਾਹ ਮੰਜ਼ਲੋ ਮੰਜ਼ਲੀ ਦਿੱਲੀ ਆ ਗਏ। ਬਾਦਸ਼ਾਹ ਨੇ ਬੜਾ ਸਤਿਕਾਰ ਕੀਤਾ ਕਿਉਂਕਿ ਜਾਨ ਜੋ ਬਚ ਗਈ। ਉਹ ਜਾਨ ਜਿਹੜੀ ਇਹ ਬੜੀ ਪਿਆਰੀ ਹੁੰਦੀ ਹੈ। ਇਹ ਆਪਣੀ ਜਾਨ ਦੇ ਵਾਸਤੇ ਤਾਂ ਕਿਸੇ ਵੇਲੇ ਆਪਣੇ ਔਲਾਦ ਨੂੰ ਵੀ ਆਦਮੀ ਵਾਰ ਦਿੰਦਾ ਹੈ। ਜਾਨ ਬੜੀ ਪਿਆਰੀ ਹੈ, ਜਾਨ ਬਚਾ ਲਈ। ਸਾਹਿਬਾਂ ਦਾ ਬੜਾ ਸਤਿਕਾਰ ਕਰਦਾ। ਰੋਜ਼ ਸੱਚੇ ਪਾਤਸ਼ਾਹ ਦਰਬਾਰ 'ਚ ਜਾਂਦੇ ਹਨ, ਦਰਸ਼ਨ ਮੇਲਾ ਦਿੰਦੇ। ਦਿੱਲੀ ਦੀ ਸਾਧ ਸੰਗਤ ਦੇ ਵਾਸਤੇ ਮੌਜ ਮੇਲੇ ਬਣ ਗਏ ਹਨ। ਤੇ ਇਸੇ ਦੌਰਾਨ ਦੇ ਵਿੱਚ ਲਿਖਿਆ ਇਤਿਹਾਸ 'ਚ ਸਾਹਿਬਾਂ ਨੂੰ ਨਾਲ ਲੈ ਕੇ ਤੇ ਸ਼ਿਕਾਰ ਜਾਂਦਾ ਹੈ ਜਹਾਂਗੀਰ। ਇੱਕ ਦਿਨ ਸ਼ਿਕਾਰ ਨੂੰ ਗਏ ਤੇ ਬਾਦਸ਼ਾਹ ਤਾਂ ਹਾਥੀ ਤੇ ਚੜਿਆ ਆ ਤੇ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਘੋੜੇ ਤੇ ਸਵਾਰ ਹਨ ਤੇ ਸ਼ੇਰ ਨਿਕਲਿਆ ਹੈ। ਬਸ ਬਾਦਸ਼ਾਹ ਦਾ ਤਾਂ ਪਸੀਨਾ ਛੁੱਟ ਗਿਆ ਉੱਪਰ ਹੀ ਬੈਠੇ ਦਾ, ਅਮਾਰੀ ਦੇ ਵਿੱਚ ਐਡੀ ਦੂਰ ਉੱਤੇ ਬੈਠਾ ਹੈ ਤੇ ਬਸ ਤੇਰੀਆਂ ਲਾਪਈਆਂ ਆਉਣ ਪਏ। ਬਸ ਹੁਣ ਸ਼ੇਰ ਨੇ, ਸ਼ੇਰ ਦੱਸਦੇ ਹਨ ਕਿ ਕੋਠੇ ਜਿੱਡੀ ਉੱਚੀ ਆ ਜਿਹੜੇ ਮਚਾਨ ਲਾ ਕੇ ਸ਼ਿਕਾਰੀ ਮਾਰਦੇ, ਕਾਫੀ ਉੱਚਾ ਬਣਾਉਂਦੇ ਆਪਣੀ ਜਾਨ ਦੇ ਵਾਸਤੇ। ਉਦਾਂ ਕਹਿੰਦੇ ਲਓ ਜੀ ਸ਼ਿਕਾਰੀ ਆਇਆ ਸ਼ਿਕਾਰ ਕਰਨ ਦੇ ਵਾਸਤੇ, ਮਚਾਨ ਬੰਨਿਆ ਆ ਪੇ ਦੇ ਪੁੱਤ ਨੇ ਨਾ ਕਿ 20 ਫੁੱਟ ਉੱਚਾ, ਵੀ ਉੱਥੇ ਤਾਂ ਛਾਲ ਮਾਰ ਕੇ ਵੀ ਨਹੀਂ ਤਾਂ ਉਦਾਂ ਉੱਤੋਂ ਬੈਠੇ ਗੋਲੀ ਮਾਰ ਦੇਣੀ, ਕਹਿਣਾ ਲਓ ਜੀ ਸ਼ੇਰ ਦਾ ਸ਼ਿਕਾਰ ਕਰਕੇ ਆਏ, ਬੜੇ ਬਹਾਦਰ ਆ ਫਲਾਣੇ ਨੇ। ਉਹਦਾ ਨਾਂ ਲਿਖਿਆ ਜਾਂਦਾ। ਇੱਥੇ ਜਦੋਂ ਆ ਲਾਈਨ ਨਿਕਲਣ ਲੱਗੀ ਨਾ ਮੰਬਾਸੇ ਤੋਂ, ਇੱਥੇ ਇੱਕ ਸ਼ੇਰ ਸੀ ਆਦਮਖੋਰ। ਉਹ ਸ਼ੇਰ ਕਿਤੇ ਆਦਮੀ ਨੂੰ ਖਾ ਗਿਆ ਕਿਸੇ ਇੱਕ ਦਿਨ, ਉਹਦੇ ਮੂੰਹ ਲੱਗ ਗਿਆ ਖੂਨ। ਉਹ ਰੋਜ਼ ਹੀ ਕੋਈ ਨਾ ਕੋਈ ਚੱਕ ਲਿਆ ਕਰੇ ਉਹਦੇ ਵਾਸਤੇ। ਫਿਰ ਬੜੇ ਸ਼ਿਕਾਰੀ ਆਏ ਸਨ। ਇੱਕ ਇੰਗਲੈਂਡ ਤੋਂ ਆਇਆ ਸੀ, ਉਹ ਵਿਚਾਰਾ ਉਦਾਂ ਹੀ, ਉਹ ਇੱਥੇ ਇੱਕ ਡੱਬਾ ਖੜਿਆ ਅਜੇ ਵੀ ਖੜਾ ਹੋਣਾ, ਕੋਚ ਨੰਬਰ ਕਿੰਨਾ ਉਹਦਾ ਨਾਂ ਲਿਖਿਆ ਆ, ਉਹ ਵਿਚਾਰਾ ਉਹਦੇ ਵਿੱਚ ਬੈਠ ਕੇ ਮਾਰਨ ਲੱਗਾ ਸੀ। ਉਹ ਬੈਠਿਆਂ ਬੈਠਿਆਂ ਦੀ ਅੱਖ ਲੱਗ ਗਈ, ਉਹਦੇ ਵਿੱਚੋਂ ਹੀ ਛੱਕ ਗਿਆ ਉਹਨਾਂ ਨੂੰ। ਤੇ ਉਹ ਫਿਰ ਦੂਸਰਾ ਹੋਰ ਸ਼ਿਕਾਰੀ, ਉਹਨੇ ਬੜਾ ਉੱਚਾ ਮਚਾਨ ਬੰਨ ਕੇ ਤੂੰ ਮਾਰਿਆ ਤੇ ਉਹਦਾ ਨਾਂ ਲਿਖਿਆ ਹੈ। ਕਹਿੰਦੇ ਲਓ ਜੀ ਉਹ ਬੜਾ ਬਹਾਦਰ ਸੀ, ਆ ਕੇ ਤੇ ਉੱਚੇ ਉੱਚੇ ਥਾਂ ਦਰਖਤ ਤੇ ਬੈਠ ਕੇ ਤਾਂ ਮਾਰ ਗਿਆ ਸ਼ੇਰ ਨੂੰ। ਹੁਣ ਮੇਰਾ ਗੁਰੂ ਹਰਗੋਬਿੰਦ ਪਾਤਸ਼ਾਹ, ਸ਼ੇਰ ਜਿਸ ਵੇਲੇ ਨਿਕਲਿਆ ਤੇ ਸ਼ੇਰ ਨੂੰ ਦੇਖ ਕੇ ਸ਼ੇਰ ਨੂੰ ਚੜਿਆ ਜੋਸ਼। ਤੇ ਉਧਰ ਬਾਦਸ਼ਾਹ ਜਿਹੜਾ ਉਹ ਤਾਂ ਵਿਚਾਰਾ ਪੀੜਾ ਹੋ ਗਿਆ, ਭੂ ਕਰਗਾ ਕਿ ਹੁਣੇ ਮਰੇ ਕਿ ਮਰੇ। ਨਾਲ ਬੇਗਮ ਦੇ ਉਹ ਤਾਂ ਕੋਨੇ 'ਚ ਲੁਕਦਾ ਜਾਏ ਉਹਦੀ ਅਮਾਰੀ 'ਚ। ਤੇ ਪਾਤਸ਼ਾਹ ਘੋੜੇ ਦੇ ਉੱਤੇ ਛਾਲ ਮਾਰ ਕੇ ਤਾਂ ਜਾ ਨਿਤਰੇ ਪਾਸ ਸ੍ਰੀ ਸਾਹਿਬ ਤਲਵਾਰ, ਇੱਕ ਦੋ ਤਲਵਾਰਾਂ ਪਾਈਆਂ ਹਨ, ਸ਼ਸਤਰਧਾਰੀ ਹਨ ਮੇਰੇ ਪਾਤਸ਼ਾਹ। ਗੁਰੂ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨਾਂ ਚੋਂ ਸੁਣ ਕੇ ਦੇਖੋ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ 1.25 ਮਣ ਪੱਕੇ ਦਾ ਕਮਰ ਕਸਾ ਸੀ। ਤੁਸੀਂ ਹਿਸਾਬ ਲਾਓ ਕਿ ਕਿੰਨੇ ਸ਼ਸਤਰ ਗੁਰੂ ਪਾਤਸ਼ਾਹ ਦੇ ਕਮਰ ਕਸੇ ਦੇ ਵਿੱਚ ਉਹਨਾਂ ਨੇ ਸਜਾਏ ਹੋਣਗੇ। ਤਲਵਾਰ ਖਿੱਚ ਲਈ ਆ, ਜਾ ਲੜੇ ਹਨ ਤੇ ਸ਼ੇਰ ਨੇ ਵਾਰ ਕੀਤਾ। ਸ਼ੇਰ ਇਸ ਤਰ੍ਹਾਂ ਉੱਪਰ ਬੁੱਬ ਮਾਰ ਕੇ ਉੱਪਰ ਆਇਆ, ਪੰਜਾ ਮਾਰ। ਸਾਹਿਬਾਂ ਨੇ ਢਾਲ ਉੱਪਰ ਕਰਕੇ ਤਾਂ ਥੱਲੇ ਉਹਦੇ ਪੇਟ ਦੇ ਵਿੱਚ ਤਲਵਾਰ ਮਾਰ ਕੇ ਉਹਨੂੰ ਉੱਥੇ ਥਾਂ ਮਾਰ ਦਿੱਤਾ। ਤੇ ਬਾਦਸ਼ਾਹ ਨੂੰ ਕੁਛ ਥੋੜੀ ਸ਼ਾਂਤੀ ਆਈ ਵੀ ਹੁਣ ਜਾਨ ਬਚੀ ਹੈ।
इसे तरह दसते हैं इतिहास च लिखिया कि एक बारी बादशाह नाल शिकार खेलन निकलिया सी इधर अंमृतसर की धरती अल, ते उत्थे दसदे शेरनी निकली ते बादशाह भी नाल ते सतगुरां दे नाल एक सिख ओहदा नाम भलन सी। वो बेचारा ओहदे पास डांग सीगी, ਉਹਨੇ जिस वेले शेरनी आई ना दौड़ के तो उसने अपना पूरा ला के ਉਹਦੇ ਉੱਤੇ ਸਿੱਟ ਦਿੱਤਾ ਤੇ ਉਹਦੇ ਵਿੱਚ ਹੀ ਉਹਨੂੰ ਗੱਠ ਜੀ ਬੰਨ ਕੇ ਤਾਂ ਲਾਠੀ ਨੇ ਕੁੱਟ ਕੇ ਮਾਰ ਦਿੱਤੀ शेरनी ਵਿੱਚ। ਤੇ ਉਹ ਬਾਦਸ਼ਾਹ ਕਹਿੰਦਾ ਉਹ ਜਿਹਦੇ ਨਾਲ ਇਦਾਂ ਦੇ ਬਹਾਦਰ ਕਹਿੰਦੇ ਜਿਹਦੇ ਨਾਲ ਨਾ ਕਿ ਜਾਨਵਾਜ਼ ਸਿੱਖ ਆ ਉਹ ਸਾਡੀ ਕਿੱਥੇ ਪਹਿਚਾਣ ਦੇਣਗੇ, ਇਹ ਭਾਵੇਂ ਸਾਬਤਾ ਦੁੰਬਾ ਖਾ ਜਾਂਦੇ। ਹੁਣ ਤਾਂ ਇੱਥੇ ਦੁੰਬੇ ਕਿਸੇ ਨੇ ਦੇਖੇ ਨਹੀਂ। ਅਸੀਂ ਉੱਥੇ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਦੇਖਦੇ ਹੁੰਦੇ ਸੀ ਤੇ ਮੁਸਲਮਾਨ ਦੁੰਬੇ ਪਾਲਦੇ ਸੀ, ਉਹਨਾਂ ਦੁੰਬਿਆਂ ਦੀ ਉੱਨ ਹੁੰਦੀ ਆ, ਪਿੱਛੇ ਚੱਕੀ ਜੀ ਹੁੰਦੀ ਆ ਤੇ ਉਹਦੀ ਕੁਰਬਾਨੀ ਦੇਣੀ ਬੜਾ ਸਵਾਬ ਸਮਝਦੇ ਤੇ ਉਹ ਦੁੰਬੇ ਖਾਂਦੇ ਹੁੰਦੇ ਸੀ ਤੇ ਮੱਲੇ ਹੋਏ। ਤੇ ਉਹ ਕਹਿੰਦੇ ਸਾਡੇ ਪਾਸ ਇਦਾਂ ਦਾ ਬਹਾਦਰ ਇੱਕ ਵੀ ਨਹੀਂ। ਤੇ ਬਾਦਸ਼ਾਹ ਵਿਚਾਰਾ ਆਇਆ, ਆ ਕੇ ਸਤਿਗੁਰਾਂ ਦਾ ਬੜਾ ਸਤਿਕਾਰ ਕੀਤਾ। ਸਾਹਿਬਾਂ ਨੇ ਦੇਖਿਆ ਭਈ ਹੁਣ ਜਿਹੜਾ ਕੰਮ ਕਰਨਾ ਅਸੀਂ ਉਹ ਕੰਮ ਸ਼ੁਰੂ ਕਰੀਏ, ਇੱਥੇ ਹੁਣ ਬੈਠ ਕੇ ਮੌਜ ਮੇਲਾ ਕੀ ਲੈਣਾ। ਤੇ ਇੱਕ ਦਿਨ ਆਪਣੇ ਖੀਸੇ ਦੇ ਵਿੱਚੋਂ ਕੱਢ ਕੇ ਨਾ ਇੱਕ ਸੁੱਚਾ ਮੋਤੀ ਉਹ ਬਾਦਸ਼ਾਹ ਨੂੰ ਦੇ ਦਿੱਤਾ। ਤੇ ਬਾਦਸ਼ਾਹ ਇਹ ਭੁੱਖੇ ਹੁੰਦੇ, ਬਹੁਤ ਵੱਡੇ ਭੁੱਖੇ ਹੁੰਦੇ ਬਾਦਸ਼ਾਹ ਜਿਹੜੇ, ਉਹ ਮੋਤੀ ਲੈ ਕੇ ਤੇ ਗਿਆ, ਜਾ ਕੇ ਆਪਣੀ ਬੇਗਮ ਨੂੰ ਦੇਤਾ, ਨੂਰ ਜਹਾਂ ਨੂੰ। बेगम ने जिस वेले देखा मोती तो मौत हो गई, सुच्चा मोती बेकीमती। ते वो कहंदी बादशाह सलामत कित्थों लियाए मोती? वो कहंदे भी सच्चे पातशाह जे सच्चे पातशाह कहाउंदे आ गुरु हरगोबिंद पातशाह ने दिता। ते कहंदे भी जे तुसीं दूसरा भी लिया दिंदे तो मैं अपने कन्नां 'च दोनी पासी बना के पा लैंदी मुर्कियां जियां, ते तुसीं किरपा करो। वो कहंदे भी हुण मंगीए किदां? कहंदे भी नहीं मंगना पेगा। हुण बादशाह मंगदा क्योंकि मेरा पातशाह ते पातशाह दा पातशाह है, वो पातशाह ते भिखारी हां। कहते हैं कहूं महाराजन को बीत अनंत दान देंदे है महाराजा ने। ते जिस वेले कहा कि मोती दूसरा सच्चे पातशाह पेशकश होई करो, किरपा करो तुसी ते दाते हो, ये नाल दा मोती दिओ। ते मैं तां वक्त पै गया एक मोती लिजा के। ते साहब मुस्करा पै, कहंदे भई ये तां गल ही मामूली आ। कहंदे गुरु अर्जन पातशाह जिस वेले ज्योति जोत समाए सन, उन्हां दे गल दे विच 108 मोतियां दी माला सी। तू एक मोती नूं कहना 108 मोतियां दी मेरे गुरु अर्जन पातशाह जी दे गल दे विच माला सी। ते तू ओ चंदू सवाई दे घर ज्योति जोत समाए हन, इस माला दा उहनूं पता होएगा। ते ओ तू एक की मोती उथों 108 मोती ले ला। बस बादशाह दे तां मूंह च पानी भरिया आ। ओ किस तरह दा मोती होएगा जिद्दां दा कदी मरदाने नूं गुरु नानक पातशाह जी ने मोती दिता सी, हीरा ओ लाल दिता सी। ओ लैके गया सी सालसराय जौहरी दे पास, ते उसने मोती देखिया, ओदी मोती दी कीमत ओ कहंदे भी कीमत तेरी कोई पा नहीं सकता, मगर इहदी दर्शनी भेंट 100 रुपया है। उसने मोती भी ओ हीरा भी मोड़ दिता, लाल मोड़ दिता मरदाने नूं, ते 100 रुपया भी मत्था टेक दिता। ओ बेचारा लवे ना लैके आया गुरु पातशाह दे पास। ते सतगुरु कहंदे भई तू दोनों चीज़ां लै आया, मुड़ के जा। फिर नाल सालसराय जौहरी आया। ओ कहंदे पातशाह ਇਹਦੇ ਉੱਤੇ ਲਿਖਿਆ ਆ ਔਰ ਇਹ ਐਡਾ ਬੇਕੀਮਤੀ ਹੈ, ਇਹਦੀ ਦਰਸ਼ਨੀ ਭੇਟ 100 ਰੁਪਇਆ ਹੈ ਤੇ ਇਹਦੀ ਕੀਮਤ ਨਹੀਂ ਕੋਈ ਦੇ ਸਕਦਾ। ਇਦਾਂ ਦਾ ਉਹ ਮੋਤੀ ਜਿਸ ਵੇਲੇ ਬਾਦਸ਼ਾਹ ਨੇ ਦੇਖਿਆ ਵੀ ਇੱਕ ਮੋਤੀ ਨੂੰ ਮੈਂ ਰੋਂਦਾ ਸੀ ਤੇ 108 ਮੈਨੂੰ ਮਿਲਣ ਵਾਲੇ ਆ। ਉਹ ਕਹਿੰਦਾ ਉਸੇ ਵੇਲੇ ਚੰਦੂ ਵਿੱਚ ਹੀ ਬੈਠਾ ਸੀ ਦਰਬਾਰ ਦੇ। ਕਹਿੰਦੇ ਬਈ ਲਿਆਓ ਕਿੱਥੇ ਹੈ ਮਾਲਾ ਸਤਿਗੁਰਾਂ ਦੀ? ਕਹਿੰਦਾ ਨਹੀਂ ਜੀ ਮੈਨੂੰ ਤੇ ਪਤਾ ਨਹੀਂ। ਬਸ ਫੇਰ ਸਾਹਿਬਾਂ ਨੇ ਦੱਸਿਆ ਕਿ ਫਲਾਣੇ ਸੰਦੂਕ ਦੇ ਵਿੱਚ ਪਈ ਹੈ, ਉੱਥੋਂ ਜਾ ਕੇ ਲੈ ਆਵੋ। ਉਹ ਮੰਗਾ ਲਈ ਗਈ ਔਰ ਫਿਰ ਉਸ ਨੂੰ हुक्म होया कि तू कहंदा मैनू कोई सेवा बख्शो। कहंदे सेवा यह है भी साडा दोखी साडा चोर तेरी कचहरी दे विच आ, वो साडे हवाले कर दे ते असीं जाणीए साडा काम जाने। वो बादशाह नूं माया प्यारी हुंदी, उहनूं 108 मोती मिल गए बेकीमती, ते उसने चंदू नूं हवाले कर दिता साहिबां दे गुरु हरगोबिंद पातशाह दे। ते साहिबां ने कहा भी हुण संगत उडीकदी है इत्थे श्री अंमृतसर साहब। ते जिस तरह ओ एक किसी कवि ने मुनि ने आख्या, मैं एक बार कह के चलना तेरी संगत उडीक दिए
संगतां दीयां अरदासां जांदियां कि सच्चे पातशाह हुण अंम੍ਰਿਤਸਰ ਨੂੰ भाग लाओ, बख्शिश करो। तैयारी कर दी, ਅੰਮ੍ਰਿਤਸਰ जी ਨੂੰ तुर पए हन ते हवाले कर दिता भाई बिधि चंद दे ते भाई पैड़े दे, भाई मोखे दे, इन्हां दे हवाले कर दिता है चंदू नूं ते तुर पए हन ते हुक्म देता उथों ही कहंदे जिहड़ा इहदे 5 जुत्तियां मारेगा उहनूं एक ग्रंथ साहब दे पाठ दा फल मिलेगा। बस सिखां नूं ते रब देवे चीज गुरु का दोखी। भाई बिधि चंद ने ते भाई पैड़े ने इन्हां ने रात दिन दी रौल बस ला रखी है। कहते भी पाठां दे ढेर ला लो। हुण पातशाह ने किरपा करती सस्ता सौदा ते 5-5 जुत्तियां मारो ते पाठ दा फल मिलदा ते कुत्ते वांगू उहनूं हत्थां पैरां नाल तुराउंदे, गल दे विच ओहदे पाया जंजीर। इसे तरह मंजलो मंजली ओहदी बुरी हालत करदे लाहौर नूं तुरे आउंदे ते रात नूं उत्ते रौल लाउंदे हन ते छितरां दी। इसे तरह श्री ਅੰਮ੍ਰਿਤਸਰ साहब लै आंदा और संगतां नूं दर्शन मेले होए, साहिबां ने दर्शन दिता। कहंदे पे हुण इहदा जिथे इहने जुल्म कीता सी मेरे गुरु अर्जन पातशाह ते उस शहर दे विच जाके उत्थे इहदा जरा जलूस कढदे आ। मेरे सच्चे पातशाह सतगुरु जगजीत सिंह जी भी कदी कदी कौतक करते होंदे आ। जिहड़े कई मेरे वर्गे प्रचारक जां होर कोई इदां कोई गल कोई गलती करके बाहर जरा थोड़ा जिहा उन्होंने बाईकाट कर देंगे, फिर उन्होंने कहते चलो उत्थे अपने इलाके च उत्थे ही तुहानूं बख्श दे भी तुहाडा जरा उत्थे जलूस निकले भी किड्डा सिख हैगा ते उत्थे ना तुहाडा पता लगे किन्ना हुक्म मनदा। ते उह सोई कहंदे भी लाहौर लै चलो। हुण लाहौर लै आंदा है, लाहौर दे विच जलूस निकलदा है ओहदा। हट्टी हट्टी तो कौडियां मंगाउंदे हन, कहंदे मंग उथों, क्योंकि हाथ मगर छितर जो है वो तो कौडी कौडी करके सारियां हट्टियां तो मंगाउंदे। कहंदे इहदे खफन दा जिहड़ा समान है ना वो कहंदे इहदे पासों ही भीख मंगा के कहंदे तैयार करना है। ते सारे शहर दे विच किड्डा लाहौर शहर है, राजधानी सी अक्सर, ओहदे विच सारे दे जलूस कढदे हट्टी हट्टी ते फेरदे आ। बुरी हालत है ते सतगुरां पास तरस वास्ते अर्ज करदा ते सतगुर कहंदे भाई हुण क्यों ये कहंदे जेहा बीजना तेहा वो जिस तरह लिखिया जैसा करे सो तैसा पाए, जैसा करे सो तैसा पाए। अब मानी की जड़ सर पर जाए, अब मानी की जड़ सर पर जाए। जैसा करे सो तैसा समाप्ति का टाइम हो चलिया ते हुण इहनूं सहकता नहीं रखते, इस नूं हुण तोड़ दिंदे आ। ये अगे सिखां ने जुत्तियां मार मार के ते पाठां दे फल काफ़ी इकट्ठे कर लए हन। हुण असीं जे इहनूं होर 24 घंटे सहकदा रखीए ते चंगा नहीं। अज ही हुण ये शहर दे विच जलूस निकलिया है लाहौर दे विच चंदू दा और हट्टी हट्टी ते कौडी कौडी मंग रहा ते फिर सच्चे पातशाह उसे पड़पूंजे दे पास लै आए। वो कहंदे लै बई तू भी अपना कुछ जो कुछ है इनू शांदा दे ला। ते ओ बेचारा खिया जो उठिया कहंदा इस महादुष्ट ने मेरे पासों शांति दे पुंज ओ सतगुरु पातशाह जी दे सीस ते तत्ती रेत पवाई सी, जिस कड़छे ना तत्ती रेत पवाई सी उन्हें खिजे ने चक के ओहो ही मारिया उसदे सिर दे विच ते ओ अपने नाल गुनाहां दीयां पंडां बन के अगले दरगाह दे विच जा पहुंचा। नरक भी उन्होंने ढोई नहीं देंदे। हुण मेरे गुरु हरगोबिंद पातशाह जो अगे कौतक करनगे वो फिर मैं अर्ज करांगा। अज इत्थे खिमा मंगदा हां। सत श्री अकाल। गोविंद को
सतगुरु दी साजी नवाजी साध संगत अपनी मन बिरती इकागर करने वास्ते रसना पवित्र करने वास्ते गज के आखो धन सतगुरु प्रताप सिंह। गुरमुखो सतगुरु पातशाह दी कथा अपरंपार है। जिस तरह बाणी सतगुरां फरमाया कि कागद दीप सबै करके सात समुद्रन की मस कह हों, काट बनास्पति सगरी लिख बेहूं के लेखन काज बनै हों, सारस्वती बख्ता करके जुग कोट गणेश के हाथ लखै हों, काल कृपान बिना बिनती न तऊं तुमको प्रभ नै कर जै हों। सतगुरु पातशाह दा जस गुरु हरगोबिंद पातशाह मीरी पीरी दे मालक जेड़े के राजियां च राजे हन, जोगियां च जोगी हन, गृहस्थियां च गृहस्थी हन ते भोगन मैं भोगी। किस तरह सच्चे पातशाह जी दे 3 महल सन। माता दमोदरी जी, माता नानकी जी, माता महादेवी जी। माता महादेवी जी दी कुख तो श्री सूरजमल जी पैदा होए। माता दमोदरी दी कुख तो बाबा गुरदित्ता जी, अणी राय, अटल राय, बीबी बीरो जी प्रगट होए। ते माता नानकी जी दी कुख तो साहिब श्री गुरु तेग बहादुर पातशाह प्रगट होए। उन्हां दी कथा जिन्हां के एक बिल्कुल जिहड़ी मुर्दा जाति समझी गई सी कि ये लोग सिर्फ माड़ा फेरन जानते हैं, इन्हां नूं कोई देग च बिठा देवे, इन्हां नूं कोई तत्तियां तवियां ते बिठा देवे, ये पातशाह दा चोज सी। ते ओ दस्या है कि दल भंजन गुर सूरमा वड जोधा बहु परोपकारी गुरु हरगोबिंद पातशाह जी जिस वेले अपने नाल काफ़ी सवार रखते हैं और जाहो जलाल है, रोज गतके दीयां खेडां हुंदियां सच्चे पातशाह की हजूरी दे विच ते बड़े बड़े करतब देखे जाते हैं। ते बादशाह नूं फिक्र पैंदा है, मैं कल लाहौर सच्चे पातशाह जी नूं लाहौर चरण पाए हैं, जदों चंदू सवाही दी आखिरी समझो घड़ी सी, उथे उस नूं नरकां नूं भेज के, क्यों कि जिन्हां ने एडे महापुरुष दे नाल ये धरोह कीता होएगा उन्हां तो नरक भी डरदे होणगे। गुरु गोबिंद सिंह पातशाह जी ने फरमाया अपनी बाणी च कि क्योंकि पाप जो है, पाप कई किस्म के हैं। कहंदे पाप करियो अति पूतना जानते नरक डराए। पूतना जिहड़ी सी श्री कृष्ण महाराज जी नूं दोही थणी वेह लाए दहेली अपने दुध नूं ला के जहर ते कृष्ण महाराज नूं मारन वास्ते आई सी, ते पर उन्हां नूं कहंदे मारन आई जां बदकार जां पूतना सी, उन्हों मां बनाया हितकार सी। ते उन्हां दा पाप गुरु गोबिंद सिंह पातशाह कहंदे कि उन्हें पता नहीं किन्ने क बच्चे मारे सी, उहदा काम ही ये सी, कहंदे जानते नरक डराए। नरक डरदे सन कि साडे विच जे पै गई ते खबरे होर भी असीं किन्ने नखित हो जाइए। ते कहंदे पर उन्हें कीता की, कहंदे अंत कहो हरी छाड़ दे वसी बकुंठे जाए। अंत दे समय क्या हरी छाड़ दे, छड़ दे, सब कुछ ही छड़ दिता, पाप भी छड़ दिते, निरा उन्होंने नहीं छड्डिया, उन्होंने बैकुंठा नूं भेज दिता। इस होई इस काम तो वेले हो के सच्चे पातशाह जिथे गुरु अर्जन पातशाह जी ज्योति जोत समाए सी, उस स्थान की भाल करके ते उत्थे स्थान बनाउण दी तैयारी करते हैं। उत्थे सतगुरां दी याद दे विच जिथे डेरा साहब गुरुद्वारा जिन्हां सुभागियां ने दर्शन कीते होणगे रावी दे किनारे, उत्थे सच्चे पातशाह जी ने वो आरंभ किया ते उत्थे लाहौर निवास किया। इसे दौरान दे विच सच्चे पातशाह, क्योंकि मेरे सच्चे पातशाह जिन्ना कौन सुंदर हो सकता, सुंदरताई दुनिया नूं मंगमी मिली हुई है, पूर्ण सुंदरताई भगवान दे विच ही हुंदी है। ते शस्त्र पहने हन, घोड़े ते सवार हन, हाथ ते बाज फड़िया होया है, ते जिस वेले जांदे हन निकलदे हन शिकार नूं, ते हुण देखो भाग जागण दी गल, जिस तरह कलर दे विच कौल पैदा हो जाता है, हरनाकश दैंत दे घर प्रहलाद पैदा हो जाता है, इस तरह वो रुस्तम खां काजी है, वो मुसलमान, वो जिहड़ा फतवे देंदा है सिखां दे वास्ते, कई तरह के तसीहे देण वास्ते कट्टर विरोधी है, उसके घर ही लड़की पैदा हुई है जिसका नाम कौला है।
ਉਹ ਸਤਿਗੁਰਾਂ ਦਾ ਦਰਸ਼ਨ ਕਰਦੀ ਹੈ ਨਿਜਮ ਨਾਲ। ਜਿਸ ਵੇਲੇ ਸਤਿਗੁਰ ਜੀ ਜਾਂਦੇ ਹਨ ਤੇ ਰੋਜ਼ ਦਰਸ਼ਨ ਕਰਦੀ ਹੈ। ਉਧਰ ਦੀ ਜਦ ਲੰਘਦੇ ਹਨ ਤੇ ਰੋਜ਼ ਦਰਸ਼ਨ ਕਰਕੇ ਨਮਸਕਾਰ ਕਰਦੀ ਹੈ ਤੇ ਸੱਚੇ ਪਾਤਸ਼ਾਹ ਦਾ ਸਿਮਰਨ ਕਰਦੀ ਹੈ। ਤੇ ਜਿਸ ਦਿਨ ਸੱਚੇ ਪਾਤਸ਼ਾਹ ਉੱਥੋਂ ਲੱਗੇ ਵਿਦਾ ਹੋਣ ਤੇ ਫਿਰ ਚਰਨਾਂ ਤੇ ਆ ਕੇ ਟਹਿ ਪਈ। ਕਹਿੰਦੀ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਵਿੱਚ ਹੀ ਲੈ ਚੱਲੋ। ਇਸੇ ਤਰ੍ਹਾਂ ਵਾਰਤਾ ਆਉਂਦੀ ਹੈ ਕਿ ਉਹਦੇ ਪਿਤਾ ਨੂੰ ਪਤਾ ਲੱਗ ਚੁੱਕਾ ਸੀ ਕਿ ਉਹ ਇਕਾਂਤ 'ਚ ਬੈਠ ਕੇ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਬੈਠਦੀ। ਜਿਸ ਤਰ੍ਹਾਂ ਸਤਿਗੁਰੂ ਜੀ ਸਿਮਰਨ ਕਰਦੇ ਇਸ ਤਰ੍ਹਾਂ ਉਹ ਕਰਦੀ। ਕਦੀ ਉਹਨਾਂ ਨੂੰ ਇਹ ਚੀਜ਼ ਬਰਦਾਸ਼ਤ ਹੋ ਸਕਦੀ ਹੈ। ਉਹ ਦੂਸਰੇ ਮਜ਼ਹਬ ਦੇ ਲੋਕ, ਉਹਨਾਂ ਨੂੰ ਇਹ ਚੀਜ਼ ਅੱਖ 'ਚ ਰੜਕਦੀ ਸੀ ਔਰ ਉਹ ਉਹਨੂੰ ਕਤਲ ਕਰਾਉਣਾ ਚਾਹੁੰਦਾ ਸੀ, ਮਰਵਾਉਣਾ ਚਾਹੁੰਦਾ ਸੀ ਗੈਰ ਸ਼ਰ੍ਹਾ ਸਮਝ ਕੇ। ਤੇ ਉਹ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ਼ ਕੀਤੀ ਜਦੋਂ ਸਤਿਗੁਰਾਂ ਤਿਆਰੀ ਕੀਤੀ ਅੰਮ੍ਰਿਤਸਰ ਨੂੰ ਕਿ ਮੈਨੂੰ ਵੀ ਗਰੀਬ ਨਵਾਜ਼ ਆਪਣੇ ਚਰਨਾਂ 'ਚ ਲੈ ਚੱਲੋ ਤੇ ਮੇਰਾ ਇੱਥੇ ਜੀਵਨ ਨਹੀਂ। ਮੁੱਕਦੀ ਗੱਲ ਸੱਚੇ ਪਾਤਸ਼ਾਹ ਉਸ ਨੂੰ ਅੰਮ੍ਰਿਤਸਰ ਲੈ ਆਏ। ਇਸ ਦੇ ਉੱਤੇ ਕਈਆਂ ਨੇ ਕਈ ਕਿਸਮ ਦੀਆਂ ਕਹਾਣੀਆਂ ਵੀ ਘੜੀਆਂ, ਮਗਰ ਸਤਿਗੁਰੂ ਜੋ ਹੁੰਦਾ ਹੈ ਇਹਦੇ ਤੇ ਮੈਂ 2 ਮਿੰਟ ਅਰਜ਼ ਕਰਕੇ ਅੱਗੇ ਚੱਲਦਾ ਹਾਂ। ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਉੱਤੇ ਸ਼ੰਕਾ ਕੀਤੀ ਕਿ ਇਹ ਇਸ ਤਰ੍ਹਾਂ ਰਾਸ ਬਲਾਸ ਕਰਦੇ ਹਨ, ਮੌਜ ਮੇਲੇ ਕਰਦੇ ਹਨ ਤੇ ਇਹ ਤੇ ਫਸੇ ਹੋਏ ਹੋਣੇ ਇਸੇ ਤਰ੍ਹਾਂ। ਤੇ ਕ੍ਰਿਸ਼ਨ ਮਹਾਰਾਜ ਜੀ ਅੰਤਰਜਾਮੀ ਸਨ। ਉਹਨਾਂ ਨੇ ਗੋਪੀਆਂ ਨੂੰ ਕਿਹਾ ਕਿ ਜਾਓ, ਜਾ ਕੇ ਤੁਸੀਂ ਜਮਨਾ ਤੋਂ ਪਾਰ ਦਰਵਾਸਾ ਰਿਖੀ ਦੇ ਦਰਸ਼ਨ ਕਰਕੇ ਆਓ। ਤੇ ਉੱਥੇ ਉਹ ਕਹਿੰਦੀਆਂ ਬੇੜੀ ਨਹੀਂ, ਕੋਈ ਪੁਲ ਨਹੀਂ, ਕਿਸ ਤਰ੍ਹਾਂ ਜਾਵਾਂਗੇ? ਕਹਿੰਦੇ ਜਾ ਕੇ ਕਹਿ ਦਿਓ ਕਿ ਜੇ ਕ੍ਰਿਸ਼ਨ ਮਹਾਰਾਜ ਜਤੀ ਹੈ ਤੇ ਫਿਰ ਮੈਨੂੰ ਰਸਤਾ ਦੇ ਦਿਓ। ਇਸੇ ਤਰ੍ਹਾਂ ਕਿਹਾ ਤੇ ਜਮਨਾ ਨੇ ਰਸਤਾ ਦਿੱਤਾ ਤੇ ਪਾਰ ਚਲੀਆਂ ਗਈਆਂ। ਹੁਣ ਉਧਰੋਂ ਸਾਰਾ ਕੁਝ ਉਹਨਾਂ ਦੇ ਵਾਸਤੇ ਭੋਜਨ ਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਲਗਾਈਆਂ ਹਨ, ਅਰਪਣ ਕੀਤੇ ਹਨ ਤੇ ਉਹਨਾਂ ਨੇ ਛਕੇ ਹਨ ਪ੍ਰਸੰਨ ਹੋ ਕੇ। ਤੇ ਕਹਿਣ ਲੱਗੇ ਵੀ ਹੁਣ ਅਸੀਂ ਵਾਪਸ ਕਿੱਦਾਂ ਕਹਿੰਦੀਆਂ ਜਾਈਏ? ਕਹਿੰਦੇ ਜਾ ਕੇ ਜਮਨਾ ਨੂੰ ਕਹੋ ਕਿ ਜੇ ਦਰਵਾਸਾ ਨਿਰੇ ਹਾਰ ਹੈ ਤੇ ਫਿਰ ਸਾਨੂੰ ਰਸਤਾ ਦੇ ਦੇ। ਉਹ ਇਸੇ ਤਰ੍ਹਾਂ ਗਿਆ, ਪਾਰ ਲੰਘ ਕੇ ਆ ਗਈਆਂ। ਪੁੱਛਿਆ, ਕਹਿੰਦੇ ਕਿ ਤੁਸੀਂ ਗੁਰੂ ਚੇਲਾ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਦੇ, ਸਾਨੂੰ ਤੁਸੀਂ ਸਭ ਕੁਝ ਉਹ ਖਾ ਕੇ ਤੇ ਕਹਿੰਦਾ ਹੈ ਨਿਰੇ ਖਾਰ ਤੇ ਤੁਸੀਂ ਇੰਨਾ ਕੁਛ 360 ਗੋਪੀਆਂ ਸਨ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੀਆਂ ਔਰ 16,000 8 ਰਾਣੀਆਂ ਸਨ, 8 ਪਟਰਾਣੀਆਂ ਤੇ 16,000 ਜਿਹੜੀਆਂ ਉਹ ਜਿਸ ਰਾਖਸ਼ ਨੂੰ ਉਹ ਬਾਣਾਸੁਰ ਨੂੰ ਮਾਰਿਆ ਸੀ ਉਸ ਨੂੰ ਮਾਰ ਕੇ ਤੇ ਉਹਨਾਂ ਰਾਜਿਆਂ ਦੀਆਂ ਲੜਕੀਆਂ ਨੇ ਵੀ ਸ੍ਰੀ ਕ੍ਰਿਸ਼ਨ ਮਹਾਰਾਜ ਨਾਲ ਵਿਆਹ ਕਰਾਏ ਸਨ। ਤੇ ਉਹ ਤੁਸੀਂ ਕਹਿੰਦੇ ਜਤੀ ਹੋ। ਸਤਿਗੁਰ ਕਹਿੰਦੇ, ਸ੍ਰੀ ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਕਿ ਮੈਂ ਨਿਰਅੰਜਨ ਹਾਂ, ਮੈਨੂੰ ਮਾਇਆ ਦਾ ਲੇਸ ਨਹੀਂ ਲੱਗਦਾ, ਮੈਂ ਤੇ ਇੱਕ ਨਰ ਲੀਲਾ ਕਰਦਾ ਹਾਂ, ਮੈਂ ਕਿਸੇ ਚੀਜ਼ ਦੇ ਵਿੱਚ ਫਸਿਆ ਨਹੀਂ ਹਾਂ, ਮੈਂ ਨਿਰਮੋਹ ਹਾਂ। ਸੋ ਮੇਰਾ ਕਹਿਣ ਦਾ ਭਾਵ ਸਤਿਗੁਰੂ ਜੀ ਦੀ ਹਜ਼ੂਰੀ 'ਚ ਉਹ ਕੌਲਾਂ ਆਈ ਔਰ ਇਸ ਚੀਜ਼ ਦੀ ਹੁਣ ਗੜਬੜ ਇੰਨੀ ਮਚਦੀ ਹੈ ਤੇ ਬਾਦਸ਼ਾਹ ਦੇ ਕੰਨ ਭਰੇ ਜਾਂਦੇ ਹਨ। ਕਹਿੰਦੇ ਦੇਖੋ ਜੀ ਕਾਜ਼ੀ ਦੀ ਲੜਕੀ ਨੂੰ ਲੈ ਗਏ ਹਨ ਵਰਗ ਲਾ ਕੇ ਔਰ ਬਾਜ ਫੜ ਲਿਆ ਹੈ ਮੀਰ ਸ਼ਿਕਾਰਾਂ ਦਾ, ਇਹ ਤੇ ਕੋਈ ਨਾ ਕੋਈ ਘਲੂਕਾਰਾ ਕਰਨਗੇ। ਇੱਧਰ ਵੀ ਤਿਆਰੀਆਂ ਹੁੰਦੀਆਂ ਹਨ ਤੇ ਉਸ ਪਾਸੇ ਜਹਾਂਗੀਰ ਜਦੋਂ ਜਿਹੜਾ ਕੱਲ ਮੈਂ ਅਰਜ਼ ਕੀਤੀ ਸੀ ਕਿ ਉਹਨੂੰ ਰਾਤ ਨੂੰ ਭਾਈ ਜੇਠੇ ਨੇ ਸ਼ੇਰ ਦਾ ਰੂਪ ਧਾਰ ਕੇ ਡਰਾਇਆ ਸੀ ਤੇ ਉਹ ਸਤਿਗੁਰਾਂ ਦਾ ਕੁਝ ਥੋੜਾ ਜਿਹਾ ਹੁਣ ਸ਼ਰਧਾਲੂ ਬਣਿਆ ਸੀ, ਮੌਤ ਤੋਂ ਡਰਦਾ। ਉਹ ਆਪਣੀ ਬਿਰਧ ਅਵਸਥਾ ਦੇ ਦਿਨ ਪੂਰੇ ਕਰਦਾ, ਉਹ ਸੁਰਗਵਾਸ ਹੋ ਗਿਆ ਤੇ ਉਹ ਬਾਅਦ 'ਚ ਫਿਰ ਗੱਦੀ ਦਾ ਝਗੜਾ ਪਿਆ, ਕਈ ਕੁਝ ਹੋਇਆ। ਸ਼ਾਹਜਹਾਂ ਨੇ ਆਪਣਾ ਜਿਸ ਵੇਲੇ ਦਬਦਬਾ ਜਮਾਇਆ ਤੇ ਉਸ ਨੂੰ ਇਹ ਚੀਜ਼ ਅੱਖ ਦੇ ਵਿੱਚ ਰੜਕੀ ਕਿ ਇਹ ਜਿਹੜਾ ਇਹਨਾਂ ਦਾ ਅਰੂਜ ਵੱਧ ਰਿਹਾ ਪੈਰੋ ਪੈਰ ਤੇ ਇਹਦੇ ਉੱਤੇ ਕੋਈ ਪਾਬੰਦੀ ਲਾਈ ਜਾਏ। ਤੇ ਇਸੇ ਦੌਰਾਨ ਸੱਚੇ ਬਾਦਸ਼ਾਹ ਦੌਰਾ ਕਰਦੇ ਹਨ। ਦੌਰਾ ਕਰਦੇ ਕਰਦੇ ਉਹਨਾਂ ਨੂੰ ਇੱਕ ਪੱਤਰਕਾ ਮਿਲੀ ਯੂਪੀ ਦੇ ਵਿੱਚੋਂ। ਸਾਈਂ ਅਲਮਸਤ ਨੇ ਲਿਖੀ ਕਿ ਸੱਚੇ ਪਾਤਸ਼ਾਹ ਉਹ ਕਿਹੜੀ ਜਗ੍ਹਾ ਜਿੱਥੇ ਜਿਹਨੂੰ ਨਾਨਕ ਮਤਾ ਕਹਿੰਦੇ, ਜਿੱਥੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਦੀ ਔਰ ਸਿੱਧਾਂ ਦੀ ਗੋਸ਼ਟ ਹੋਈ ਹੈ, ਉੱਥੇ ਉਹ ਪਿੱਪਲ ਸੀ ਜਿਸ ਥੱਲੇ ਸੱਚੇ ਪਾਤਸ਼ਾਹ ਬੈਠੇ ਸਨ ਗੁਰੂ ਨਾਨਕ ਦੇਵ ਜੀ। ਤੇ ਉਹ ਦੱਸਦੇ ਜਿਹੜੇ ਸਿੱਧ ਸੀ ਆਪਣੀ ਸ਼ਕਤੀ ਦੇ ਨਾਲ ਉਹ ਪਿੱਪਲ ਨੂੰ ਉਡਾ ਕੇ ਲੈ ਚੱਲੇ। ਉਹ ਇਸ ਤਰ੍ਹਾਂ ਕਹਿੰਦੇ ਧਰਤੀ ਤੋਂ ਤਾਂ ਨੂੰ ਹੋਇਆ ਤੇ ਸਤਿਗੁਰਾਂ ਕਿਹਾ ਉਹ ਭਲਿਆ ਲੋਕਾ ਤੂੰ ਕਾਹਨੂੰ ਉਦਾਸ ਹੋ ਕੇ ਚੱਲਿਆ, ਤੂੰ ਇੱਥੇ ਹੀ ਰਹੋ। ਉਹ ਜਿਹੜੇ ਦਰਸ਼ਨ ਕਰਕੇ ਆਉਂਦੇ ਦੱਸਦੇ ਹਨ ਉਹ ਇਸੇ ਤਰ੍ਹਾਂ ਹੀ ਉਹ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਜਿਸ ਤਰ੍ਹਾਂ ਉਹਦੀਆਂ ਜੜ੍ਹਾਂ ਹੁੰਦੀਆਂ ਉਹ ਇਸੇ ਤਰ੍ਹਾਂ ਹੀ ਖੜਾ ਉੱਥੇ ਦਾ ਉੱਥੇ ਸਤਿਗੁਰਾਂ ਦਾ ਬਚਨ ਮੰਨ ਕੇ। ਤੇ ਉੱਥੇ ਉਦਾਸੀ ਸੰਪਰਦਾ ਦੇ ਸਾਧੂ ਸਾਈਂ ਅਲਮਸਤ ਜੀ ਉੱਥੇ ਨਿਵਾਸ ਕਰਦੇ, ਉਸ ਡੇਰੇ ਦੀ ਸੇਵਾ ਕਰਦੇ। ਤੇ ਜੋਗੀ ਇਹ ਗੋਰਖਨਾਥ ਦੇ ਚੇਲੇ ਇਸੇ ਤਰ੍ਹਾਂ ਘੁੰਮਦੇ ਘਮਾਉਂਦੇ ਉੱਥੇ ਆਏ ਤੇ ਉਹਨਾਂ ਨੇ ਕੀ ਕੀਤਾ, ਉਹ ਸਾਈਂ ਵਿਚਾਰਾ ਬੰਦਗੀ ਵਾਲਾ ਸਾਧੂ ਕੱਲਾ, ਉਹਨੂੰ ਇਸੇ ਤਰ੍ਹਾਂ ਧੱਕੇ ਮਾਰ ਕੇ ਉੱਥੋਂ ਕੱਢ ਦਿੱਤਾ ਸਥਾਨ ਤੋਂ। ਤੇ ਜਿਹੜਾ ਪਿੱਪਲ ਸੀ ਸਤਿਗੁਰਾਂ ਦਾ ਦੀ ਯਾਦਗਾਰ ਉਹਨੂੰ
पट दिता, फूक दिता, जाल दिता। ਤੇ ਉਹਨੇ चिट्ठी लिखी कि गरीब नवाज भई तुसी किरपा करो इधरले पासे दर्शन दिओ। सतगुरां ने वो चिट्ठी पढ़ के ते तैयार कर दिते यूपी नूं गए। फिर सच्चे पातशाह नाल इसे तरह लां लश्कर है, हज़ारां दी तादाद दे विच संगत है, घोड़ सवार हन। ते फिर वो जोगी ते जिहड़े सी बेचारे वो पहले ही डरदे नੱਠ गए। उन्होंने कहा साडे खरिया की बाब होएगी। सतगुरां सिंह दौड़ाए कि उन्होंने खोज के लियाओ, लुक गए। ते सतगुरां कहा चलो जान दिओ। जिहड़ा पिपल उन्होंने सतगुरां दी यादगार उन्होंने फूकी सी, उखाड़ी सी, सतगुरु जी ने अपनी किरपा दृष्टि दे नाल उन्होंने दोबारा हरा किया। वो दसदे हैं इतिहास लिखा कि केसर के छिट्टे मार के उसनूं दोबारा फिर हरा किया। उहदे पत्तियां ते अजे तक भी निशान है, जिन्हें जाके देखने देख लवे। ये पातशाह दे कौतक हन, उन्हां दे ते वचन दे नाल सुके हरे हो जाते। सूके हरे किए खिन माहे, अमृत दृष्ट संत जी वाए, काटे कष्ट पूरे गुरदेव। वो सच्चे पातशाह इसे तरह दौरा करते करते हुण माई भागो कश्मीर दे विच सतगुरां दी याद करदी है कि सच्चे पातशाह मैनू दर्शन देवो। ते ओ गरीबनी सूत्र कतदी है चरखे दे नाल, बरीक सूत्र कत के ते फिर ओह वस्त्र बनाउंदी सतगुरां दे वास्ते। कहंदी कि सच्चे पातशाह आउण ते इस नूं अंगीकार करन। हालांकि राजे महाराजे सतगुरां दे पास इन्नियां भेटां लिआउंदे, मगर मेरा सतगुरु गरीब नवाज है। हुण सच्चे पातशाह गुरु हरगोबिंद जी जिन्हां दे पास के अतलसां दे ढेर लगे हो हन ते होर पदार्थां दा पता नहीं लगदा, ते उन्हां दी याद दे विच उस बीबी ने, उस माई ने, भागो ने सूत्र हत्थां नाल कत के ते कपड़ा बनाया है। कदे मेरे सतगुरु प्रताप सिंह दे वास्ते माता साहब कौर ने बनाया सी। किस तरह कपाह बीजन लग्गियां दे कोल बैठ के भजन कीता, सुखमनी साहब पढ़ी। कत्तन लगी ने, तुंबन लगी ने भजन कीता, तेली पिंजन लगा ओदे कोल भजन कीता। फिर कत्तन लगी ने भजन कीता, जलाहा बुन लगा ओदे कोल बैठ के भजन कीता। बस्तर तैयार कीता है खदर दा। मगर सतगुरु प्रताप सिंह जी जिस वेले गए ते भेटा करके कहंदी कि तुसीं आप अंगीकार करना, इसनूं आप पहनना। ते सतगुरां दा बचन टेप रिकार्ड चाहुंदा कि मेरे मैं उसदे कशहरे समाए, ओदी बरकत इन्नी सी, ये भगतां नूं नवाजदा है, ਉਹ ਭਗਤਾਂ ਨੂੰ ਵਡਿਆਈ ਦਿੰਦਾ ਹੈ। ਕਹਿੰਦੇ ਮਾਤਾ ਨੇ ਪਤਾ ਨਹੀਂ ਕਿੰਨਾ ਕੁ ਭਜਨ ਉੱਤੇ ਕੀਤਾ ਸੀ ਕਿ ਮੈਂ ਉਹਦੇ ਕਸ਼ਹਿਰੇ ਜਦ ਪਹਿਨੇ ਤੇ ਮੈਂ 2 ਘੰਟਿਆਂ ਦੇ ਵਿੱਚ ਅਸ਼ਟਪਦੀਆਂ 2 ਯਾਦ ਕਰ ਲੈਂਦਾ ਸੀ। ਰੋਜ਼ ਮੈਂ 12 ਦਿਨਾਂ ਚ ਸੁਖਮਨੀ ਸਾਹਿਬ ਯਾਦ ਕਰ ਲਈ। ਉਹਨਾਂ ਦੀ ਵਡਿਆਈ ਦੇਣ ਦੀ ਬਖਸ਼ਿਸ਼ ਹੈ। ਹੁਣ ਮੰਜ਼ਲੋ ਮੰਜ਼ਲੀ ਸੱਚੇ ਪਾਤਸ਼ਾਹ ਤਾਰਦੇ ਹੋਏ ਦੁਨੀਆ ਨੂੰ ਤੇ ਕਸ਼ਮੀਰ ਪਹੁੰਚ ਗਏ ਹਨ। ਮੈਂ ਉਸ ਗੁਰਦੁਆਰੇ ਦੇ ਦਰਸ਼ਨ ਕੀਤੇ ਹਨ। माई भागो का गुरुद्वारा करके मशहूर है। सच्चे पातशाह जाके बैठे, दर्शन मेला दिता ते माई ने लिया के ओ कपड़ा सच्चे पातशाह की भेंट कीता। कहंदी सच्चे पातशाह तुसीं आप अंगीकार करना। ते मस्तानी हो गई, शुद्ध बुद्ध बिसर गई है। कहंदी सच्चे पातशाह तू दीन ते मैं दयाल। पता ही नहीं कि कहना कि मैं दीन ते तुसीं दयाल। कहंदी सच्चे पातशाह तू दीन ते मैं दयाल। ते कोलों सिख जिहड़े चतराई वाले ਉਹ ਕਹਿੰਦੇ ਹਨ, ਉਹ ਕਹਿੰਦੇ ਮਾਈ ਕਮਲੀਏ, ਉਹ ਮਾਈ ਤੂੰ ਸਤਿਗੁਰਾਂ ਨੂੰ ਦੀਨ ਕਹੀ ਜਾਨੀ ਹੈ ਤੇ ਤੂੰ ਉਹ ਜਿਸ ਵੇਲੇ ਹੋਸ਼ ਚ ਆਈ ਤਾਂ ਉਹਨੇ ਦੂਸਰੇ ਤਰ੍ਹਾਂ ਕਿਹਾ। ਕਹਿੰਦੇ ਸੱਚੇ ਪਾਤਸ਼ਾਹ ਉਹਨਾਂ ਸਵਾਦ ਨਹੀਂ ਆਇਆ। जिस तरह कदे श्री कृष्ण महाराज जी जदों बिदर दे घर गए तो उस दे घर वाली ने छिल्लां छका दित्तियां। कृष्ण महाराज जी नूं बड़े प्रसन्न हो के छकी जाते। जदों बिदर जी आके अपनी अकल दे नाल कहंदे, ओ मूर्खे तू ते छिल्लां खलाई जानी है। तो गिरी जिस वेले सच्चे पातशाह श्री कृष्ण महाराज ने दित्ते, कहंदे वो स्वाद नहीं। क्यों कि वो भाव भगत दा, गोविंद भाव भगत दा भुखा, वो किसी पदार्थ दा भुखा नहीं। उस नूं तारदे होए सच्चे पातशाह इस पासियों दी मंडी वाले पासे दी नालागढ़ जिथे रियासत है, इत्थे सच्चे पातशाह आके इत्थे कौंतक करते हैं। और इत्थे जगह जिहड़ा उत्थे दा राजा तारा चंद है, वो कहंदा सच्चे पातशाह इत्थे कोई स्थान बनाओ, मेरे लागे इत्थे कोई रहायश करो, कृपा करो। ते सतगुरां ने उत्थे जिहड़ी कीरतपुर दी नींह उत्थे बाबे गुरदित्ते दे कोलों रखाई। ते उत्थे पीर बुढ़न शाह गुरु नानक देव दे वेले दा ਉਹ ਰਹਿੰਦਾ ਹੈ। ਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਜਦ ਦਿੱਤਾ, ਕਹਿੰਦਾ ਮੇਰਾ ਦੁੱਧ ਛਕੋ। ਤੇ ਸਤਿਗੁਰ ਕਹਿੰਦੇ ਵੀ ਸਾਂਭ ਕੇ ਰੱਖ ਛੱਡ ਤੇ ਮੰਗ ਕੇ ਛਕਾਂਗੇ। ਹੁਣ ਦੇਖ ਲਓ ਗੁਰੂ ਨਾਨਕ ਦੇਵ ਜੀ ਕਦੋਂ ਹੋਏ ਤੇ 6ਵੇਂ ਪਾਤਸ਼ਾਹ ਕਿੰਨੇ ਦੇਰ ਬਾਅਦ ਹੋਏ ਹਨ। ਤੇ ਉਹ ਸਾਧੂ ਬੰਦਗੀ ਵਾਲੇ, ਉਹ ਅੱਜ ਦੀ ਦੁਨੀਆ ਇਸ ਚੀਜ਼ ਨੂੰ ਮੰਨਦੀ ਨਹੀਂ, ਮਗਰ 150 ਸਾਲ ਦੇ ਲੋਕ ਕਾਰੋਬਾਰ ਕਰਦੇ, ਤੁਰੇ ਫਿਰਦੇ, ਰੋਜ਼ ਅਖਬਾਰਾਂ 'ਚ ਪੜ੍ਹਦੇ ਹਨ। ਤੇ ਉਹ ਸਾਧੂ ਬੰਦਗੀ ਕਰਦਾ ਤੇ ਦੁੱਧ ਸੰਭਾਲ ਕੇ ਰੱਖਿਆ ਬੱਕਰੀਆਂ ਦਾ। ਤੇ ਸਤਿਗੁਰਾਂ ਦੀ ਰਜਾ ਹੈ। ਉਸੇ ਤਰ੍ਹਾਂ
जिस तरह कि हनुमान जी लंका दे विच ਉਹ ਇਉਂ ਲਿਖਿਆ ਕਵੀ ਜਨਾਂ ਨੇ, ਕਹਿੰਦੇ ਕਿ ਉਹਦੀ ਜਿਹੜੀ ਮੜੀ ਹੈ ਰਾਵਣ ਦੀ, ਉਹਨੂੰ ਦੱਬ ਕੇ ਬੈਠਾ ਹਨੂਮਾਨ, ਕਿ ਇਹ ਪਤਾ ਮੁੜ ਕੇ ਫੇਰ ਨਾ ਕਿਤੇ ਉੱਠ ਪਵੇ। ਉਹ ਕਿਸੇ ਕਵੀ ਨੇ ਕਿਹਾ ਨਾ, ਉਹਦੇ 'ਚ ਕੋਈ ਭੇਤ ਨਹੀਂ। ਗੁਰੂ ਨਾਨਕ ਦੇ ਵਿੱਚ ਔਰ ਗੁਰੂ ਰਾਮ ਸਿੰਘ ਜਾਂ ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਜਿਹੜਾ ਭੇਤ ਸਮਝਦਾ, ਤਾਂ ਉਹਨੂੰ ਕੁਝ ਪਤਾ ਨਹੀਂ ਲੱਗਾ ਕਿ ਗੁਰੂ ਕੀ ਚੀਜ਼ ਹੈ। ਉਹ ਸਿਰਫ ਲੋਕਾਂ ਦੇ ਕਹੇ ਕਹਾਏ ਮੰਨਦਾ ਹੈ ਕਿ ਹਾਂ ਗੁਰੂ ਹੁੰਦਾ ਹੈ। ਉਹਨੂੰ ਦਰਸ਼ਨ ਦਿੱਤੇ ਹਨ। ਇਸੇ ਤਰ੍ਹਾਂ ਉਹਨਾਂ ਨੇ ਜਿਸ ਵੇਲੇ ਦਰਸ਼ਨ ਸ੍ਰੀ ਰਾਮਚੰਦਰ ਦੇ ਹੋਏ ਤੇ ਨਮਸਕਾਰ ਕੀਤੀ, ਫਿਰ ਰੂਪ ਬਦਲ ਲਿਆ। ਇਸੇ ਤਰ੍ਹਾਂ ਹੀ ਉਹ ਬੁੱਢਣ ਸ਼ਾਹ ਫਕੀਰ ਕਹਿੰਦਾ ਹੈ ਕਿ ਮੈਂ ਦੁੱਧ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਛਕਾਉਣਾ ਹੈ। ਤੇ ਸਤਿਗੁਰੂ ਹਰਗੋਬਿੰਦ ਜੀ ਨੇ ਬਾਬੇ ਗੁਰਦਿੱਤੇ ਨੂੰ ਭੇਜਿਆ। ਬਾਬੇ ਗੁਰਦਿੱਤੇ ਨੇ ਗੁਰੂ ਨਾਨਕ ਦੇਵ ਦਾ ਰੂਪ ਧਾਰਿਆ ਔਰ ਉਹ ਰੂਪ ਧਾਰ ਕੇ ਤੇ ਉਹ ਦੁੱਧ ਸਵੀਕਾਰ ਕੀਤਾ ਤੇ ਉਸ ਦੀ ਕਲਿਆਣ ਕੀਤੀ। ਮੇਰਾ ਕਹਿਣ ਦਾ ਭਾਵ, ਗੁਰੂ ਕੇ ਤੇ ਕੁੱਤਿਆਂ ਦੇ ਵਿੱਚ ਕਰਾਮਾਤਾਂ ਹੁੰਦੀਆਂ ਹਨ। ਅੱਗੇ ਚੱਲ ਕੇ ਮੈਂ ਅਰਜ਼ ਕਰਾਂਗਾ, ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਕੀਰਤਪੁਰ ਰਚਿਆ ਹੈ ਇਹ ਅਸਥਾਨ। ਇਸ ਦੇ ਵਿੱਚ ਹੀ ਮੈਂ ਅਰਜ਼ ਕਰਾਂ ਕਿ ਜਦੋਂ ਸੱਚੇ ਪਾਤਸ਼ਾਹ ਕਸ਼ਮੀਰ ਨੂੰ ਜਾਂਦੇ ਹੋਏ ਬਾਠਾ ਨਗਰ, ਉੱਥੇ ਸ੍ਰੀ ਚੰਦ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਉਹ ਨਿਵਾਸ ਕਰਦੇ ਹਨ। ਵੱਡੀ ਉਮਰ ਹੈ ਉਹਨਾਂ ਦੀ ਤੇ ਉਹ ਸਾਰੀਆਂ ਪਾਤਸ਼ਾਹੀਆਂ ਨੂੰ ਮਿਲਦੇ ਗਿਲਦੇ ਰਹੇ ਹਨ। ਗੁਰੂ ਅਰਜਨ ਦੇਵ ਜੀ ਵੀ ਮਿਲੇ, ਗੁਰੂ ਰਾਮਦਾਸ ਜੀ ਮਿਲੇ ਤੇ ਇਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਦੇ ਡੇਰੇ ਗਏ, ਉਹਨਾਂ ਸਤਿਕਾਰ ਕੀਤਾ ਤੇ ਬੈਠੇ ਬਚਨ ਵਿਲਾਸ ਹੋਏ ਤੇ ਕਹਿਣ ਲੱਗੇ ਕਿ ਸੁਣਾਓ, ਕਹਿੰਦੇ ਕਿੰਨੇ ਪੁੱਤਰ ਹਨ। ਸਤਿਗੁਰੂ ਜੀ ਸਹਿਜ ਸੁਭਾਏ ਕਹਿੰਦੇ ਭਈ ਬਾਬਾ ਜੀ ਅਕਾਲ ਪੁਰਖ ਦੀ ਬਖਸ਼ਿਸ਼ ਨਾਲ 5 ਪੁੱਤਰ ਹਨ। ਕਹਿੰਦੇ ਸਾਰੇ ਹੀ ਆਪ ਹੀ ਰੱਖਣੇ ਕਿ ਕੋਈ ਸਾਨੂੰ ਵੀ ਦੇਣਾ ਹੈ। ਤੇ ਸਤਿਗੁਰਾਂ ਦੇ ਨਾਲ ਬਾਬਾ ਗੁਰਦਿੱਤਾ ਜੀ ਸਨ। ਕਹਿਣ ਲੱਗੇ ਕਿ ਇਹ ਵੱਡਾ ਪੁੱਤਰ ਮੇਰਾ ਇਹ ਗੁਰਦਿੱਤਾ ਜੀ, ਇਹ ਤੁਹਾਡੀ ਸੇਵਾ ਵਾਸਤੇ ਹਾਜ਼ਰ ਹੈ ਤੇ ਇਹ ਤੁਸੀਂ ਆਪ ਪ੍ਰਵਾਨ ਕਰੋ। ਉਹਨਾਂ ਮੱਥਾ ਟੇਕਿਆ। ਉਹ ਕਹਿੰਦੇ ਹੋਰ ਕੁਛ ਨਹੀਂ ਸਾਨੂੰ ਚਾਹੀਦਾ ਸੀ, ਅੱਗੇ ਗੁਰਗੱਦੀ ਤੇ ਅੱਗੇ ਤੁਹਾਡੇ ਪਾਸ ਆ। ਇਹ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਇਹ ਖਜ਼ਾਨਾ ਸੀ ਉਹ ਤਾਂ ਅੱਗੇ ਤੁਹਾਡੇ ਘਰ ਦੇ ਵਿੱਚ ਆ। ਸਾਡੇ ਪਾਸ ਥੋੜਾ ਜਿਹਾ ਤਪ ਦਾ ਫਲ ਔਰ ਥੋੜੀ ਜਿਹੀ ਫਕੀਰੀ ਹੈ, ਇਹ ਵੀ ਸਵੀਕਾਰ ਕਰੋ। ਔਰ ਸੇਲੀ ਟੋਪੀ ਦੇ ਕੇ ਬਾਬੇ ਗੁਰਦਿੱਤੇ ਨੂੰ ਤੇ ਉਹਨਾਂ ਨੇ ਆਪਣਾ ਚੇਲਾ ਬਣਾਇਆ। ਉੱਥੋਂ ਸੰਪਰਦਾ ਚੱਲਦੀ ਹੈ। ਲੋਕ ਬਹੁਤ ਇੱਥੇ ਆ ਕੇ ਨਿਖੜ ਜਾਂਦੇ ਹਨ। ਇਹ ਚੀਜ਼ ਓਤ ਪ੍ਰੋਤ ਇੱਕੋ ਹੀ ਚੀਜ਼ ਹੈ। ਉਦਾਸੀ ਹੋਰ ਨਹੀਂ, ਨਿਰਮਲੇ ਹੋਰ ਨਹੀਂ, ਸਿੰਘ ਸਵੀਏ ਹੋਰ ਨਹੀਂ, ਅਕਾਲੀ ਹੋਰ ਨਹੀਂ। ਅਕਾਲ ਪੁਰਖ ਦੀ ਲੀਲਾ ਹੈ। ਅਕਾਲ ਪੁਰਖ ਨੇ ਇੱਕੋ ਜਿਹੇ ਇਨਸਾਨ ਪੈਦਾ ਕੀਤੇ ਹਨ। ਇੱਕੋ ਹੀ ਉਹ ਜੋਤ ਹੈ ਉਹਦੀ, ਉਹ ਸਾਰਿਆਂ ਦੇ ਵਿੱਚ ਕੰਮ ਕਰਦੀ ਹੈ। ਕਿਸੇ ਦੇ ਉੱਤੇ ਘਿਰਣਾ ਕਰਨੀ ਜਾਂ ਕਿਸੇ ਨੂੰ ਉੱਚਾ ਨੀਚਾ ਕਹਿਣਾ, ਇਹ ਇੱਕ ਘਟੀਆ ਦਲੀਲ ਦਾ ਸਬੂਤ ਹੈ। ਤੇ ਬਾਬਾ ਗੁਰਦਿੱਤਾ ਜੀ ਉਹਨਾਂ ਦੀ ਸੇਵਾ ਕਰਦੇ ਹਨ ਔਰ ਉਥੋਂ ਇਹਨਾਂ ਦੀ ਸੰਪਰਦਾ, ਉਥੋਂ ਇਹਨਾਂ ਦੀ ਗੱਦੀ ਇਹ ਚੱਲਦੀ ਹੈ। ਇਹਨਾਂ ਨੇ ਸੇਲੀ ਟੋਪੀ ਦੇ ਕੇ ਆਪਣਾ ਜਿਹੜਾ ਸੀ ਉਹਨਾਂ ਨੂੰ ਸਪੁਰਦ ਕਰਕੇ ਤੇ ਸ੍ਰੀ ਚੰਦ ਜੀ ਫੇਰ ਕਸ਼ਮੀਰ ਵੱਲ ਨੂੰ ਚਲੇ ਗਏ ਹਨ। ਉੱਥੇ ਕਸ਼ਮੀਰ ਉਹਨਾਂ ਦਾ ਗੁਰਦੁਆਰਾ ਬਣਿਆ ਹੈ, ਡੇਰਾ। ਤੇ ਸ੍ਰੀਨਗਰ ਜਿਹੜਾ ਸ਼ਹਿਰ ਹੈ ਇਹ ਬਾਬਾ ਸ੍ਰੀ ਚੰਦ ਦੇ ਨਾਂ ਤੇ ਇਹ ਬਣਿਆ ਸ਼ਹਿਰ, ਵਸਿਆ। ਉਥੋਂ ਸ੍ਰੀ ਚੰਦ ਜੀ ਦਾ ਕਿਸੇ ਨੂੰ ਪਤਾ ਨਹੀਂ। ਉਥੋਂ ਪਹਾੜ ਨੂੰ ਜਾਂਦੇ ਜਾਂਦੇ ਪਰੇ ਜਿੱਧਰ ਅਮਰਨਾਥ ਦੇ ਗੁਫਾ ਦੇ ਦਰਸ਼ਨ ਕਰਨ ਜਾਂਦੀ ਹੈ ਸਾਧ ਸੰਗਤ, ਪ੍ਰੇਮੀ ਜਨ ਜਾਂਦੇ ਹਨ, ਉਸ ਪਾਸੇ ਨੂੰ ਚਲੇ ਗਿਆ। ਉਹਨਾਂ ਦਾ ਪਤਾ ਨਹੀਂ ਕਿੱਥੇ ਉਹਨਾਂ ਨੇ ਸਰੀਰ ਤਿਆਗਿਆ ਤੇ ਨਾ ਹੀ ਉਹਨਾਂ ਦਾ ਡੇਰਾ ਕੋਈ ਬਣਿਆ ਹੈ। ਉਹ ਇਤਿਹਾਸ 'ਚ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਗੋਰਖ ਨੇ ਆ ਕੇ ਜਨਮ ਲਿਆ ਸੀ। ਕਿ ਦੇਖਾਂਗੇ ਕਿ ਹੁਣ ਇਹ ਪੁੱਤਰਾਂ ਨੂੰ ਗੁਰਿਆਈ ਦਿੰਦਾ ਕਿ ਨਹੀਂ ਦਿੰਦਾ। ਉਦਾਂ ਤਾਂ ਨਹੀਂ ਇਹ ਸਾਡੇ ਕਾਬੂ ਆਇਆ, ਚਰਚਾ ਕਰਕੇ ਗਿਆਨ ਚਰਚਾ ਕਰਕੇ ਤੇ ਕਾਬੂ ਨਹੀਂ ਆਇਆ। ਹੋਵੇ ਨਾ ਤੇ ਇਹਦਾ ਪੁੱਤਰ ਬਣ ਕੇ ਤਾਂ ਹੁਣ